ਜਿਹੜਾ ਡਿਸਕਸ਼ਨ ਦਾ ਟੌਪਿਕ ਰਹੇਗਾ ਦੈਟ ਇਜ਼ ਅਬਾਊਟ ਵੈਲਿਊਏਸ਼ਨ ਮੀਨਿੰਗ ਐਂਡ ਇੰਪੋਰਟੈਂਸ। ਜਿਹੜਾ ਅਸੀਂ ਪਿੱਛੇ ਪ੍ਰੋਮਿਸ ਕੀਤਾ ਸੀਗਾ ਤੁਹਾਡੇ ਨਾਲ, ਉਹੀ ਅਸੀਂ ਟੌਪਿਕ ਵਿੱਚ ਡਿਸਕਸ ਕਰਨਾ ਹੈਗਾ। ਤੇ ਵੈਲਿਊਏਸ਼ਨ ਦੇ ਵਿੱਚ ਵੀ, ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਵੈਲਿਊਏਸ਼ਨ ਦੀ ਇੰਪੋਰਟੈਂਸ ਇਹੀ ਰਹੀ ਕਿ ਜਿਹੜਾ ਹੈਗਾ, ਭਾਵੇਂ ਗੁਰਕੁਲ ਦਾ ਟਾਈਮ ਸੀਗਾ ਉਦੋਂ ਵੀ ਇੱਕ ਟੈਸਟ ਅਖੀਰ 'ਚ ਰੱਖਦਾ ਸੀ ਗੁਰੂ। ਜਿਵੇਂ ਉਹ ਅਰਜਨ ਦੀ ਉਹ ਤੀਰ ਮਾਰਨ ਵਾਲੀ ਗੱਲ ਕਿ ਚਿੜੀ, ਉਹ ਕਹਿੰਦਾ ਦਰਖਤ ਤੇ ਤੁਹਾਨੂੰ ਕੀ ਦਿਖਦਾ, ਕਿਸੇ ਨੂੰ ਪੱਤੇ ਦਿਖਦੇ, ਕਿਸੇ ਨੂੰ ਫਲ ਫਰੂਟ ਦਿਖਦੇ ਆ, ਤੇ ਅਰਜਨ ਨੂੰ ਦਿਖਦਾ ਹੈ ਕਿ ਪੰਛੀ ਬੈਠਾ ਤੇ ਉਹਦੀ ਇੱਕ ਅੱਖ ਹੈ। ਤਾਂ ਉਹ ਗੱਲ ਹੈ ਕਿ ਟੀਚਰ ਇਹ ਆਬਜੈਕਟਿਵ ਲੈ ਕੇ ਚੱਲਦਾ ਕਿ ਜੋ ਮੈਂ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੇ ਉਹੀ ਅਚੀਵ ਕੀਤਾ ਕਿ ਇਹ ਨਾਲ ਦਾ ਸੈਕੰਡਰੀ ਬਹੁਤ ਕੁਝ ਸਿੱਖ ਗਏ, ਪਰ ਜਿਹੜਾ ਮੇਨ ਏਮ ਸੀਗਾ ਉਹ ਨਹੀਂ ਸਿੱਖਿਆ। ਤਾਂ ਵੈਲਿਊਏਸ਼ਨ ਇਸ ਪਰਪਸ ਲਈ ਗੁਰੂਕੁਲ ਤੋਂ ਟਾਈਮ ਤੋਂ ਹੀ ਕੀਤੀ ਜਾਂਦੀ ਰਹੀ। ਤੇ ਜਦੋਂ ਹੀ ਐਜੂਕੇਸ਼ਨ ਸਿਸਟਮ ਸਾਡਾ ਜਿਹੜਾ ਹੈ ਫਾਰਮਲ ਬਣਿਆ, ਜਦੋਂ ਬ੍ਰਿਟਿਸ਼ਰ ਆਉਂਦੇ ਆ ਤਾਂ ਉਹ ਆਪਣੇ ਇੱਕ ਵੈਲਿਊਏਸ਼ਨ ਪੈਟਰਨ ਲੈ ਕੇ ਆਉਂਦੇ ਆ, ਜਿਹਦੇ ਵਿੱਚ ਸਿਰਾ ਜਿਹੜਾ ਪਹਿਲਾਂ ਤਾਂ ਗੁਰੂ ਬਹੁਤ ਕੁਝ ਟੈਸਟ ਕਰਦਾ ਸੀ। ਗੁਰੂ ਜਿਹੜਾ ਗੁਰਕੁਲ 'ਚ ਰੱਖਦਾ ਸੀ ਤਾਂ ਉਹਦਾ ਕੋਸ਼ਿਸ਼ ਸੀਗੀ ਕਿ ਬੱਚੇ ਦਾ ਬਿਹੇਵੀਅਰ, ਬੱਚੇ ਦੀ ਡਿਵੋਸ਼ਨ, ਡੈਡੀਕੇਸ਼ਨ, ਬੱਚੇ ਦਾ ਹਾਰਡ ਵਰਕ, ਉਹਦੀ ਸਿੰਸੈਰਿਟੀ, ਉਹਦੇ ਵੈਲਿਊ ਸਿਸਟਮ ਨੂੰ ਵੀ ਚੈੱਕ ਕੀਤਾ ਜਾਵੇ। ਉਹ ਬੜੇ ਸਾਰੇ ਟੈਸਟ ਰੱਖਦਾ ਸੀ। ਕਦੇ ਉਹ ਉਸ ਨੂੰ ਜਿਹੜਾ ਹੈ ਕਹਿੰਦਾ ਸੀ ਕਿ ਤੁਸੀਂ ਆਲਮ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਿਕਸ਼ਾ ਮੰਗ ਕੇ ਲੈ ਕੇ ਆਓ, ਤਾਂ ਉਹ ਦੇਖਦਾ ਸੀ ਕਿ ਨਿਮਰ ਹੈ ਕਿ ਨਹੀਂ ਹੈ। ਫਿਰ ਉਹ ਕਦੇ ਜਿਹੜਾ ਹੈ ਇਹ ਟੈਸਟ ਕਰਦਾ ਸੀ ਉਹ ਮੈਨੂੰ ਓਬੇ ਕਰਦਾ ਹੈ ਕਿ ਨਹੀਂ, ਜਾਣਬੁੱਝ ਕੇ ਉਸ ਤਰ੍ਹਾਂ ਟਾਸਕ ਦਿੱਤਾ ਜਾਂਦਾ ਸੀ। ਫਿਰ ਕਦੇ ਉਹ ਜਿਹੜਾ ਹੈ ਉਹਨਾਂ ਨੂੰ ਲੋਭ ਲਾਲਚ ਇਸ ਤਰ੍ਹਾਂ ਦਾ ਦਿੱਤਾ ਜਾਂਦਾ ਸੀ ਕਿ ਦੇਖਦੇ ਹਾਂ ਕਿ ਇਹ ਓਨੈਸਟ ਹੈਗੇ ਆ ਕਿ ਨਹੀਂ ਹੈਗੇ ਆ। ਤਾਂ ਕਈ ਵਾਰ ਇਸ ਤਰ੍ਹਾਂ ਦੀ ਜਾਣਬੁੱਝ ਕੇ ਸਿਚੁਏਸ਼ਨ ਕ੍ਰੀਏਟ ਕੀਤੀ ਜਾਂਦੀ ਸੀ ਜਿਹਦੇ ਵਿੱਚ ਉਹ ਮਾਲ ਪ੍ਰੈਕਟਿਸਿਸ ਕਰ ਸਕਦੇ ਸੀ, ਪਰ ਏਮ ਵਾਜ਼ ਦੈਟ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਉਹਨਾਂ ਦਾ ਵੈਲਿਊ ਸਿਸਟਮ ਕਿੰਨਾ ਸਟਰੋਂਗ ਹੈ। ਤਾਂ ਗੁਰੂ ਬਹੁਤ ਕੁਝ ਚੈੱਕ ਕਰਦਾ ਸੀ। ਪਰ ਜਦੋਂ ਹੀ ਬ੍ਰਿਟਿਸ਼ਰ ਦਾ ਸਿਸਟਮ ਆਇਆ, ਉਹਨਾਂ ਨੇ ਸਿਰਫ ਟੈਸਟ ਬੇਸਡ ਜਿਹੜੀ ਐਵੈਲੂਏਸ਼ਨ ਸਿਸਟਮ ਲੈ ਕੇ ਆਂਦਾ, ਜਿਹੜਾ ਸਿਰਫ ਇੱਕੋ ਡੋਮੇਨ ਨੂੰ ਹੀ ਜ਼ਿਆਦਾ ਵੇਟੇਜ ਦੇ ਰਿਹਾ ਸੀ, ਕਗਨੀਟਿਵ ਡੋਮੇਨ। ਅਸੀਂ ਉਸੇ ਐਵੈਲੂਏਸ਼ਨ ਸਿਸਟਮ ਦੀ ਗੱਲ ਕਰਦੇ ਸਾਂ। ਫਿਰ ਹੌਲੀ ਹੌਲੀ ਇਹਦੇ ਵਿੱਚ ਵੀ ਰਿਵੋਲਟ ਹੋਣੇ ਸ਼ੁਰੂ ਹੋਏ। ਪਹਿਲਾਂ ਯੂਰਪ 'ਚ ਹੋਏ, ਉਹਨਾਂ ਨੇ ਕਿਹਾ ਕਿ ਐਵੈਲੂਏਸ਼ਨ ਸਿਸਟਮ ਜਿਹੜਾ ਹੈ ਇਹ ਸਿਰਫ ਕਗਨੀਟਿਵ ਡੋਮੇਨ ਨੂੰ ਹੀ ਐਵੈਲੂਏਟ ਕਰਦਾ ਹੈ, ਇਸ ਨੂੰ ਹੋਰ ਇਲੈਬੋਰੇਟ ਕਰਨਾ ਚਾਹੀਦਾ ਕਿਉਂਕਿ ਆਵਰ ਏਮ ਇਜ਼ ਓਵਰਆਲ ਡਿਵੈਲਪਮੈਂਟ। 1800 ਈਸਵੀ 'ਚ ਜਾ ਕੇ ਯੂਰਪ ਨੂੰ ਸਮਝ ਆਇਆ ਕਿ ਐਜੂਕੇਸ਼ਨ ਇਜ਼ ਫਾਰ ਓਵਰਆਲ ਡਿਵੈਲਪਮੈਂਟ। ਜਦੋਂ ਕਿ ਸਾਡਾ ਗੁਰੂਕੁਲ BC ਦੇ ਵਿੱਚ, ਜਦੋਂ ਚਾਣਕਿਆ ਦੀ ਗੱਲ ਕਰਦੇ ਹਾਂ, ਜਦੋਂ ਕਟਲਿਆ ਦੀ ਗੱਲ ਕਰਦੇ ਹਾਂ, ਤਾਂ ਸਾਡੇ ਕੋਲ ਪਹਿਲਾ ਜਿਹੜਾ ਮਤਲਬ ਇਸਟੈਬਲਿਸ਼ਡ ਗੁਰੂ ਹੈ ਉਹ ਚਾਣਕਿਆ ਹੈ। ਤਾਂ ਅਸੀਂ ਜਦੋਂ ਉਹਦੀ ਗੱਲ ਕਰਦੇ ਹਾਂ ਤਾਂ ਉਦੋਂ ਤੋਂ ਹੀ ਅਸੀਂ ਓਵਰਆਲ ਡਿਵੈਲਪਮੈਂਟ ਆਫ ਪਰਸਨੈਲਿਟੀ ਦੀ ਗੱਲ ਕਰਦੇ ਆ ਰਹੇ ਸੀਗੇ। ਪਰ ਕਿਉਂਕਿ ਕਹਿੰਦੇ ਆ ਕਿ ਸਿਸਟਮ ਤੇ ਸਟ੍ਰੈਟਜੀਜ਼ ਉਹ ਜਿਹੜੀਆਂ ਨੇ ਰੂਲਰਸ ਦੀਆਂ ਹੁੰਦੀਆਂ ਨੇ, ਤੇ ਸਾਡੇ ਰੂਲਰਸ ਜਦੋਂ ਬ੍ਰਿਟਿਸ਼ਰ ਬਣੇ ਤਾਂ ਉਹਨਾਂ ਨੇ ਆਪਣਾ ਸਿਸਟਮ ਐਸਟੈਬਲਿਸ਼ ਕਰ ਦਿੱਤਾ, ਸਾਡੇ ਸਿਸਟਮ ਨੂੰ ਅਬੋਲਿਸ਼ ਕਰ ਦਿੱਤਾ। ਹਾਲਾਂਕਿ ਜਦੋਂ ਉਹਦੇ ਬਾਰੇ ਤੁਸੀਂ ਪੜ੍ਹਦੇ ਹੋ ਤਾਂ ਉਹ ਇੱਕ ਇੰਟੈਂਸ਼ਨਲ ਪਲਾਨ ਹੈ। ਜਦੋਂ ਅਸੀਂ ਗੱਲ ਕਰਦੇ ਹਾਂ, ਮੈਂ ਪਿੱਛੇ ਜਿਹੇ ਇੱਕ ਟੈਕਸਟ ਸੁਣ ਰਿਹਾ ਸੀਗਾ ਤੇ ਮੈਂ ਪੜ੍ਹਿਆ ਵੀ ਉਹ, ਕਿ ਜਦੋਂ ਪੰਜਾਬ 'ਚ ਬ੍ਰਿਟਿਸ਼ਰ ਐਂਟਰ ਕਰਦੇ ਆ ਤਾਂ ਉਸ ਟਾਈਮ ਦੇ ਉੱਪਰ 1830 ਦੇ ਨੇੜੇ ਤੇੜੇ ਪਹਿਲਾ ਵਿਜ਼ਿਟ ਕਰਦੇ ਆ ਉਹ। ਵੈਸੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਕਿੰਗਡਮ ਦੇ ਵਿੱਚ ਵਿਜ਼ਿਟ ਕਰਦੇ ਆ ਐਜ ਏ ਗੈਸਟ ਟੂ, ਮਤਲਬ ਆਫਰ ਕਰਨ ਦੇ ਵਾਸਤੇ ਬਰਥਡੇ ਤੇ। ਔਰ ਉਸ ਸੈਰੇਮਨੀ ਦੇ ਵਿੱਚ ਜਦੋਂ ਆਉਂਦੇ ਆ ਤੇ ਫਿਰ ਉਹ ਉਹਨਾਂ ਦੇ ਰਾਜ ਪ੍ਰਬੰਧ ਨੂੰ ਦੇਖ ਕੇ ਜਾਂਦੇ ਆ ਤਾਂ ਦੇਖਦੇ ਆ ਕਿ ਪੂਰਾ ਪੰਜਾਬ 100% ਲਿਟਰੇਟ ਹੈ। ਔਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੈ ਉਹਨੇ ਕਿਸ ਤਰ੍ਹਾਂ ਦਾ ਸਿਸਟਮ ਇਸਟੈਬਲਿਸ਼ ਕੀਤਾ ਕਿ ਕਿਸੇ ਪਿੰਡ 'ਚ ਗੁਰਦੁਆਰਾ ਉਦੋਂ ਬਣਾਉਣ ਦੀ ਇਜਾਜ਼ਤ ਹੋਏਗੀ ਜੇ ਉਹ ਨਾਲ ਗੁਰਕੁਲ ਬਣਾਉਣਗੇ। ਕੋਈ ਮੰਦਿਰ ਤਾਂ ਬਣਾ ਸਕਦਾ ਜੇ ਨਾਲ ਗੁਰਕੁਲ ਬਣਾਉਣਗੇ। ਕੋਈ ਮਸਜਿਦ ਤੇ ਧਰਮਸ਼ਾਲਾ ਵੀ ਬਣਾਉਣੀ ਸੀ ਤੇ ਧਰਮਸ਼ਾਲਾ ਤੋਂ, ਕਿਉਂਕਿ ਉੱਥੋਂ ਰਾਤ ਨੂੰ ਲੋਕ ਸਟੇ ਕਰਦੇ ਸੀ ਤੇ ਉਹਦੀ ਉਹ ਚਾਰजेस ਲੈਂਦੇ ਸੀ, ਆਮਦਨ ਹੁੰਦੀ ਸੀ, ਤਾਂ ਉਹ ਆਮਦਨ ਚੋਂ ਵੀ ਸਾਨੂੰ ਟੈਕਸ ਦੇਣਾ ਪੈਂਦਾ ਸੀ। ਤਾਂ ਉਹਨਾਂ ਨੇ ਇਸ ਤਰ੍ਹਾਂ ਦਾ ਸਿਸਟਮ ਇਸਟੈਬਲਿਸ਼ ਕਰ ਦਿੱਤਾ ਤੇ ਪੂਰੇ ਪੰਜਾਬ ਦਾ ਕੋਈ ਇਹੋ ਜਿਹਾ ਪਿੰਡ ਨਹੀਂ ਸੀ ਜਿੱਥੇ ਸਕੂਲ ਨਾ ਹੋਵੇ ਜਾਂ ਪਾਠਸ਼ਾਲਾ ਨਾ ਹੋਵੇ, ਕਿਸੇ ਮੰਦਿਰ, ਗੁਰਦੁਆਰੇ ਜਾਂ ਧਰਮਸ਼ਾਲਾ ਜਾਂ ਕਿਸੇ ਮਸਜਿਦ ਨਾਲ ਜੁੜੀ ਹੋਈ। ਤੇ ਇਹੋ ਜਿਹਾ ਕੋਈ ਪਰਸਨ ਨਹੀਂ ਸੀ ਜਿਹਨੂੰ ਫੰਕਸ਼ਨਲ ਲਿਟਰੇਸੀ, ਜਿਹਨੂੰ ਮਤਲਬ ਅੱਖਰ ਗਿਆਨ ਨਾ ਹੋਵੇ, ਜਾਂ ਜਿਹੜਾ 20 ਤੱਕ ਜਾਂ 100 ਤੱਕ ਗਿਣਤੀ ਨਾ ਜਾਣਦਾ ਹੋਵੇ। ਇਸ ਤਰ੍ਹਾਂ ਦਾ ਕੋਈ ਨਹੀਂ ਹੈ। 1830 'ਚ ਤਾਂ ਉਹ ਜਦੋਂ ਵਿਜ਼ਟਰ ਵਾਪਸ ਜਾਂਦਾ ਤੇ ਉਹ ਯੂਰਪ 'ਚ ਜਾ ਕੇ ਆਪਣੀ ਮਹਾਰਾਣੀ ਸੰਸਦ ਦੇ ਵਿੱਚ, ਪਾਰਲੀਮੈਂਟ 'ਚ ਕਹਿੰਦਾ, ਲੰਡਨ ਦੀ 'ਚ ਕਹਿੰਦਾ ਕਿ ਜੇ ਸਾਨੂੰ ਸਿਸਟਮ ਇਸਟੈਬਲਿਸ਼ ਕਰਨਾ ਹੈ ਤਾਂ ਪੰਜਾਬੀਆਂ ਵਰਗਾ ਕਰਨਾ ਹੈ। ਤਾਂ ਉਹ ਫਿਰ 1850 'ਚ ਪਹਿਲੀ ਵਾਰ ਉਹ ਰਾਈਟ ਟੂ ਐਜੂਕੇਸ਼ਨ ਫਾਰ ਆਲ, ਪਹਿਲੀ ਵਾਰ ਉਹ ਬਿੱਲ ਪਾਸ ਕਰਦੇ ਆ ਤੇ ਉਸ ਤੋਂ ਬਾਅਦ ਯੂਰਪ ਜਿਹੜਾ ਹੈ ਐਸਟੈਬਲਿਸ਼ ਹੁੰਦਾ। ਤਾਂ ਸਾਡੇ ਸਿਸਟਮ ਨੂੰ ਖਤਮ ਕਰਕੇ ਉਹਨਾਂ ਨੇ ਆਪਣਾ ਸਿਸਟਮ ਸਾਡੇ ਤੇ ਇੰਪੋਜ਼ ਕਰ ਦਿੱਤਾ। ਉਹਦੇ ਬੜੇ ਸਾਰੇ ਡਰਾਬੈਕ ਨੇ ਜਿਹਦਾ ਰਿਜ਼ਲਟ ਅਸੀਂ ਅੱਜ ਦੇਖਦੇ ਹਾਂ। ਅੱਜ ਅਸੀਂ ਸਮਝਾਂਗੇ ਕਿ ਇਹ ਅਸਲ 'ਚ ਹੈ ਕੀ ਹੈ, ਉਹਨਾਂ ਨੇ ਕਿਵੇਂ ਦਾ ਸਿਸਟਮ ਐਸਟੈਬਲਿਸ਼ ਕੀਤਾ ਸੀ, ਕੀ ਵੀਕਨੈਸਸ ਨੇ। ਪਹਿਲਾਂ ਵਾਟ ਇਜ਼ ਐਵੈਲੂਏਸ਼ਨ ਐਂਡ ਵਾਈ ਵੀ ਹੈਵ ਟੂ ਐਵੈਲੂਏਟ, ਕਿ ਦੋ ਹੀ ਏਮ ਅਸੀਂ ਲੈ ਕੇ ਚੱਲਾਂਗੇ।
ਤਾਂ ਪਹਿਲੀ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲ 'ਚ ਐਜੂਕੇਸ਼ਨ ਦੇ ਵਿੱਚ ਜਿਹੜਾ ਪ੍ਰੋਸੈਸ ਹੈ ਉਹਦੇ 3 ਪਿਲਰਸ ਜਿਹੜੇ ਨੇ ਉਹ ਮੰਨੇ ਜਾਂਦੇ ਆ। ਪਹਿਲਾ ਪਿਲਰ ਇਹ ਹੁੰਦਾ ਕਿ ਐਜੂਕੇਸ਼ਨਲ ਆਬਜੈਕਟਿਵ। ਹਰ ਸੁਸਾਇਟੀ ਜਿਹੜੀ ਹੈ ਉਹ ਜਿਹੜਾ ਲੋਕਾਂ ਨੂੰ ਐਜੂਕੇਟ ਕਰਦੀ ਹੈ ਤਾਂ ਉਹਦੇ ਆਪਣੇ ਕੁਝ ਆਬਜੈਕਟਿਵ ਸਟੈਬਲਿਸ਼ ਕਰਦੀ ਹੈ। ਆਬਜੈਕਟਿਵਸ ਕੀ ਹੁੰਦੇ ਆ? ਉਹਦੇ ਵਿੱਚੋਂ ਕੁਝ ਜਨਰਲ ਆਬਜੈਕਟਿਵ ਹੁੰਦੇ ਆ, ਕੁਝ ਸਬਜੈਕਟ ਸਪੈਸੀਫਿਕ ਹੁੰਦੇ ਆ। ਜਨਰਲ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਡੈਮੋਕ੍ਰੈਟਿਕ ਸਿਟੀਜ਼ਨਸ਼ਿਪ, ਅਸੀਂ ਅਵੇਅਰ ਸਿਟੀਜ਼ਨਸ਼ਿਪ, ਅਸੀਂ ਲਾਫੁਲ ਸਿਟੀਜ਼ਨਸ਼ਿਪ, ਅਸੀਂ ਜਿਹੜਾ ਹੈ ਪੀਸ ਲਵਿੰਗ ਸਿਟੀਜ਼ਨਸ਼ਿਪ, ਅਸੀਂ ਅਵੇਅਰ ਸਿਟੀਜ਼ਨਸ਼ਿਪ ਡਿਵੈਲਪ ਕਰਨੀ ਹੈ। ਤਾਂ ਇਹਦਾ ਇਸ ਤਰ੍ਹਾਂ ਦੇ ਆਬਜੈਕਟਿਵਸ ਲੈ ਕੇ ਚੱਲਦੇ ਹਾਂ। ਤਾਂ ਫਿਰ ਅਸੀਂ ਡਿਫਰੈਂਟ ਤਰ੍ਹਾਂ ਦੇ ਸਬਜੈਕਟਸ ਦੀ ਗੱਲ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਸਕਿੱਲ ਟ੍ਰੇਨਿੰਗ ਵੀ ਦੇਵਾਂਗੇ, ਅਸੀਂ ਉਹਨਾਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਦੇਵਾਂਗੇ, ਸੋ ਦੇ ਵਿਲ ਬਿਕਮ ਦੈਟ ਇੰਡੀਪੈਂਡੈਂਟ, ਇਕਨੋਮਿਕਲੀ ਇੰਡੀਪੈਂਡੈਂਟ। ਤਾਂ ਅਸੀਂ ਉਹ ਗੱਲ ਵੀ ਨਾਲ ਲੈ ਕੇ ਚੱਲਾਂਗੇ ਆਬਜੈਕਟਿਵਸ ਦੇ ਵਿੱਚ। ਪਰ ਕੀ ਸਿਰਫ ਉਹਨਾਂ ਨੂੰ ਕੁਝ ਪਾਰਟਿਕੂਲਰ ਟਾਈਮ ਤੱਕ ਕਿਸੇ ਸਿਸਟਮ 'ਚ ਰੱਖ ਕੇ ਹੀ ਅਸੀਂ ਇਹ ਕਲੇਮ ਕਰ ਸਕਦੇ ਹਾਂ ਕਿ ਦੇ ਹੈਵ ਲਰਨਡ ਅ ਲੋਟ? ਜੇਕਰ ਨਹੀਂ ਤਾਂ ਫਿਰ ਉਹ ਸਾਨੂੰ ਕਿਸ ਤਰ੍ਹਾਂ ਦਾ ਸਿਸਟਮ ਇਸਟੈਬਲਿਸ਼ ਕਰਨਾ ਹੈ? ਟੀਚਿੰਗ ਲਰਨਿੰਗ ਪ੍ਰੋਸੈਸ ਅਸੀਂ ਜਿਹੜਾ ਜਿਸ ਨੂੰ ਅਸੀਂ ਲਰਨਿੰਗ ਐਕਸਪੀਰੀਅੰਸ ਕਹਿੰਦੇ ਹਾਂ, ਅਸੀਂ ਉਹ ਐਕਸਪੀਰੀਅੰਸ ਨੂੰ ਇਸਟੈਬਲਿਸ਼ ਕਰਦੇ ਹਾਂ। ਜਿਵੇਂ ਸਾਡੇ ਕੋਲ ਗੁਰੂਕੁਲ ਇਸਟੈਬਲਿਸ਼ ਹੈ, ਅਸੀਂ ਗੁਰੂਕੁਲ ਨੂੰ ਖਤਮ ਕਰਕੇ ਫਿਰ ਅਸੀਂ ਜਿਹੜਾ ਹੈ ਬ੍ਰਿਟਿਸ਼ਰ ਸਕੂਲ ਸਿਸਟਮ 'ਚ ਆਉਂਦੇ ਹਾਂ। ਫਿਰ ਅਸੀਂ ਉਸ ਤੋਂ ਬਾਅਦ ਜਿਹੜਾ ਹੈ ਅੱਜ ਕੱਲ੍ਹ LKG UKG ਮੌਂਟੇਸਰੀ ਸਕੂਲ ਆ ਗਿਆ, ਕਿੰਡਰਗਾਰਟਨ ਆ ਗਿਆ। ਅਸੀਂ ਬੜੇ ਸਾਰੇ ਤਰ੍ਹਾਂ ਦੇ ਲਰਨਿੰਗ ਐਕਸਪੀਰੀਅੰਸ ਨੂੰ ਜਿਹੜਾ ਹੈ ਦੇਖਦੇ ਹਾਂ। ਔਰ ਹੁਣ ਜਿਵੇਂ ਮੋਦੀ ਜੀ ਕਹਿ ਰਹੇ ਅਸੀਂ ਨਵੀਂ ਪਾਲਿਸੀ ਲੈ ਕੇ ਆ ਰਹੇ ਹਾਂ, ਵੀ ਆਰ ਗੋਇੰਗ ਟੂ ਲਿਬਰੇਟ ਆਵਰ ਲਰਨਿੰਗ ਪ੍ਰੋਸੈਸ। ਤਾਂ ਉਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਮਤਲਬ ਵੀ ਆਰ ਗੋਇੰਗ ਟੂ ਦੈਟ ਰਿਮੂਵ ਦੈਟ ਅਪਰ ਲਿਮਿਟ ਆਫ ਟਾਈਮ, ਕਿ ਕੋਈ ਬੰਦਾ ਕਿੰਨੇ ਚਿਰ 'ਚ ਡਿਗਰੀ ਕਰੇਗਾ। ਜਿਵੇਂ ਅਸੀਂ ਕਹਿੰਦੇ ਸੀ ਗ੍ਰੈਜੂਏਸ਼ਨ ਦੀ ਡਿਗਰੀ 6 ਸਾਲ 'ਚ ਕਰਨੀ ਜ਼ਰੂਰੀ ਹੈ। ਜਦੋਂ ਫਸਟ ਟਾਈਮ ਤੁਸੀਂ ਰਜਿਸਟਰ ਹੋ ਜਾਓ ਤਾਂ 6 ਸਾਲਾਂ 'ਚ ਤੁਹਾਨੂੰ ਗ੍ਰੈਜੂਏਸ਼ਨ ਕੰਪਲੀਟ ਕਰਨੀ ਹੈ, ਅਦਰਵਾਈਜ਼ ਤੁਹਾਡੀ ਰਜਿਸਟ੍ਰੇਸ਼ਨ ਖਤਮ ਕਰ ਦਿੱਤੀ ਜਾਏਗੀ। ਹੁਣ ਉਹਨਾਂ ਨੇ ਕਿਹਾ ਇਟ ਇਜ਼ ਅ ਲਾਈਫ ਲੌਂਗ ਪ੍ਰੋਸੈਸ, ਕਿ ਤੁਸੀਂ ਇੱਕ ਵਾਰ ਗ੍ਰੈਜੂਏਸ਼ਨ 'ਚ ਐਡਮਿਸ਼ਨ ਲੈ ਲਈ, 1 ਸਮੈਸਟਰ ਕਰੋ, ਫਿਰ ਤੁਸੀਂ ਚਲੇ ਜਾਓ, ਫਿਰ 2 ਸਾਲਾਂ ਬਾਅਦ 4 ਸਾਲਾਂ ਬਾਅਦ ਫਿਰ ਆਓ 1 ਸਮੈਸਟਰ ਕਰ ਦਿਓ। ਜਦੋਂ ਤੱਕ ਤੁਸੀਂ ਦਿਲ ਕਰਨਾ ਚਾਹੋ ਤੁਹਾਡਾ, ਉਦੋਂ ਤੱਕ ਤੁਹਾਡੀ ਉਹ ਰਜਿਸਟ੍ਰੇਸ਼ਨ ਵੈਲਿਡ ਰਹੇਗੀ। ਜਿੱਦਣ ਤੁਸੀਂ ਸਾਰੇ ਕੰਪਲੀਟ ਕਰ ਲਓਗੇ ਤੁਹਾਨੂੰ ਡਿਗਰੀ ਅਵਾਰਡ ਕਰ ਦਿਆਂਗੇ। ਜੇ 1 ਸਾਲ ਪੂਰਾ ਕਰੋਗੇ ਤੁਹਾਨੂੰ ਸਰਟੀਫਾਈ ਕਰ ਦਿਆਂਗੇ, ਜੇ 2 ਸਾਲ ਕਰੋਗੇ ਤੁਹਾਨੂੰ ਡਿਪਲੋਮਾ ਦੇ ਦਿਆਂਗੇ, 3 ਸਾਲ ਕਰੋਗੇ ਡਿਗਰੀ ਮਿਲ ਜਾਏਗੀ। ਤਾਂ ਅਸੀਂ ਲਰਨਿੰਗ ਪ੍ਰੋਸੈਸ ਦੇਖਦੇ ਹਾਂ ਬਦਲਦੇ ਆ ਰਹੇ ਆ। ਫਿਰ ਇਸੇ ਤਰ੍ਹਾਂ ਨਾਲ ਐਵੈਲੂਏਸ਼ਨ ਸਿਸਟਮ, ਜਿਹਨੂੰ ਅਸੀਂ ਐਵੈਲੂਏਸ਼ਨ ਪ੍ਰੋਸੀਜਰਸ ਦੀ ਗੱਲ ਕਰਦੇ ਹਾਂ, ਉਹ ਵੀ ਬਦਲਦੇ ਆ ਰਹੇ ਆ। ਔਰ ਤਿੰਨੋਂ ਪਿਲਰ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਕਰਨਾ ਪੈਂਦਾ ਹੈ। ਤਾਂ ਜਿੰਨਾ ਚਿਰ ਤੱਕ ਅਸੀਂ ਇਹ ਨਹੀਂ ਕਰਦੇ ਕਿ ਐਵੈਲੂਏਟ ਕਰਕੇ ਇਹ ਜਾਣੀਏ ਕਿ what is the learning degree or achievement degree of any that pupil or student, ਤਾਂ ਉਹਨਾਂ ਚਿਰ ਅਸੀਂ ਇਹ ਅਸਰਟਨ ਨਹੀਂ ਕਰ ਸਕਦੇ ਕਿ ਉਸ ਡਿਗਰੀ ਆਫ ਅਚੀਵਮੈਂਟ ਕੀ ਹੈ। ਅਸੀਂ ਇਹ ਨਹੀਂ ਕਲੇਮ ਕਰ ਸਕਦੇ ਕਿ ਅਸੀਂ ਕੋਈ ਲਰਨਿੰਗ ਆਬਜੈਕਟਿਵ ਜਿਹੜੇ ਆਪਣੇ ਸਿਸਟਮ ਦੇ ਸੈੱਟ ਕੀਤੇ ਸੀ, ਜਾਂ ਐਜ਼ ਏ ਨੇਸ਼ਨ ਸੈੱਟ ਕੀਤੇ ਸੀ, ਜਾਂ ਐਜ਼ ਏ ਕਮਿਊਨਿਟੀ ਸੈੱਟ ਕੀਤੇ ਸੀ, ਉਹਨਾਂ ਨੂੰ ਅਸੀਂ ਸਕਸੈਸਫੁਲੀ ਅਟੇਨ ਕਰ ਲਿਆ। ਤਾਂ ਇਸੇ ਲਈ ਇੰਪੋਰਟੈਂਸ ਰਹਿੰਦੀ ਹੈ ਕਿ ਇਟ ਇਜ਼ ਅ ਸਾਈਕਲ, ਐਂਡ ਵਿਦਾਊਟ ਦਿਸ that sounds set base of evaluation procedure we can't claim that we have an efficient system of education। ਤਾਂ ਅਸੀਂ ਇਸੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹੈ। ਪਹਿਲੀ ਗੱਲ ਅਸੀਂ ਇਹ ਦੇਖਦੇ ਹਾਂ ਕਿ ਟਰਮੋਲੋਜੀਕਲ ਮੀਨਿੰਗ ਨੂੰ ਜਦੋਂ ਦੇਖੀਏ ਤਾਂ ਇਹ ਵਰਡ ਜਿਹੜਾ ਹੈ ਇਹ ਡਰਾਈਵ ਕੀਤਾ ਗਿਆ ਫ੍ਰੈਂਚ ਦਾ ਵਰਡ ਹੈ, ਬਿਲਕੁਲ ਸਿਮਿਲਰ, ਪਰ ਉਹਦੇ ਉੱਪਰ ਈ ਕੈਪ ਹੈ ਅਤੇ ਉਹਦੀ ਪ੍ਰੋਨਾਂਸੀਏਸ਼ਨ 'ਚ ਫਰਕ ਰਹਿੰਦਾ ਹੈ। ਉਹ ਐਵੋਲੂਸ਼ਨ ਸ਼ਬਦ ਜਿਹੜਾ ਹੈ ਇਸ ਨੂੰ ਪ੍ਰੋਡਿਊਸ ਕਰਨਗੇ। ਤਾਂ ਅਸੀਂ ਇਹਦੇ ਵਿੱਚ ਦੇਖਦੇ ਹਾਂ ਕਿ ਉਹ ਕਹਿੰਦੇ ਆ ਕਿ ਫ੍ਰੈਂਚ ਇਸ ਨੂੰ ਕਹਿੰਦੇ ਆ ਕਿ ਐਕਸ਼ਨ ਆਫ ਅਪਰੇਜ਼ਿੰਗ ਸਮਥਿੰਗ ਔਰ ਐਕਸ਼ਨ ਆਫ ਵੈਲਿਊਇੰਗ ਦਾ ਵਰਥ ਆਫ ਐਨੀਥਿੰਗ। ਕਿਸੇ ਚੀਜ਼ ਦਾ ਵਰਥ ਜਿਹੜਾ ਹੈ ਉਸ ਨੂੰ ਅਪਰੇਜ਼ ਕਰਨਾ ਜਾਂ ਉਸ ਨੂੰ ਜਿਹੜਾ ਹੈ ਅਸਰਟਨ ਕਰਨਾ, ਇਸ ਨੂੰ ਅਸੀਂ ਉਹ ਕਹਿੰਦੇ ਆ ਵੈਲੂਏਸ਼ਨ ਮੰਨਾਂਗੇ। ਦੂਸਰਾ ਜਿਹੜਾ ਮੀਨਿੰਗ ਜਿਹੜਾ ਅਸੀਂ ਲੈਂਦੇ ਹਾਂ ਉਹ ਲੈਟਿਨ ਦਾ ਵਰਡ ਹੈ ਵੈਲੀਰ। ਵੈਲੀਰ ਦਾ ਮਤਲਬ ਵੈਲਿਊ ਤੋਂ ਹੈ, ਵਿਚ ਮੀਨ ਦੈਟ ਬੀ ਸਟਰੋਂਗ, ਬੀ ਵੈਲ, ਬੀ ਆਫ ਵੈਲਿਊ ਐਂਡ ਬੀ ਆਫ ਵਰਥ। ਇਹਦਾ ਮਤਲਬ ਹੈ ਕੋਈ ਪਰਸਨ, ਇਹ ਥੋੜ੍ਹਾ ਜ਼ਿਆਦਾ ਐਲੈਬੋਰੇਟਿਵ ਮੀਨਿੰਗ ਲੈਂਦੇ ਆ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਆਲ ਅਰਾਊਂਡ ਡਿਵੈਲਪਮੈਂਟ ਆਫ ਪਰਸਨੈਲਿਟੀ ਨੂੰ ਵੈਲੂਏਟ ਕੀਤਾ ਜਾ ਰਿਹਾ। ਬੀ ਸਟਰੋਂਗ ਮਤਲਬ ਦੇ ਆਰ ਮੈਜ਼ਰਿੰਗ ਦਾ ਹੈਲਥ, ਸਾਊਂਡਨੈਸ ਆਫ ਹੈਲਥ ਜਾਂ ਵੈਲਨੈਸ ਆਫ ਹੈਲਥ। ਔਰ ਦੂਸਰੇ ਪਾਸੇ ਅਸੀਂ ਕਹਿੰਦੇ ਹਾਂ ਬੀ ਵੈਲ, ਦੈਟ ਮੀਨ ਦੇ ਆਰ ਅਸਰਟਨਿੰਗ ਦਾ ਮੈਂਟਲ ਸਟੇਟ ਆਫ ਦਾ ਹਿਊਮਨ ਬੀਇੰਗ। B of the value and B of the worth mean that person has that cognitive abilities। ਇਹਦਾ ਮਤਲਬ ਹੈ ਕਿ ਇਹ ਜਿਹੜਾ ਵੈਲਿਊ ਸਿਸਟਮ ਹੈ ਇਹ ਸਾਡੇ ਐਵੋਲੂਸ਼ਨ ਸਿਸਟਮ ਦਾ ਜਾਂ ਐਵੈਲੂਏਸ਼ਨ ਸਿਸਟਮ ਦਾ ਜ਼ਿਆਦਾ ਨੇੜੇ ਦਾ ਲੱਗਦਾ ਹੈ ਮੈਨੂੰ, ਕਿ ਅਸੀਂ ਇਹਦੇ ਵਿੱਚ ਤਿੰਨੋਂ ਚੀਜ਼ਾਂ ਨੂੰ ਵੈਲਿਊ ਕਰਨ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਅਸੀਂ ਸਕਿੱਲ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਅਸੀਂ ਪਰਸਨੈਲਿਟੀ ਦੀ ਗੱਲ ਕਰਦੇ ਹਾਂ, ਔਰ ਇਹਦੇ ਵਿੱਚ ਅਸੀਂ ਕੋਗਨੀਟਿਵ ਡੋਮੇਨ ਦੀ ਗੱਲ ਕਰਦੇ ਹਾਂ। ਤਾਂ ਜੇਕਰ ਅਸੀਂ ਇੱਥੋਂ ਲਈਏ ਤਾਂ ਓਵਰਆਲ ਮੀਨਿੰਗ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹਦਾ ਮਤਲਬ ਹੈ ਇਟ ਇਜ਼ ਅ ਜੋਬ ਪਰਫਾਰਮੈਂਸ ਰਿਵਿਊ। evaluation mean we have to review the performance of the child in every field and every walk of life। ਤਾਂ ਅਸੀਂ ਉਸ ਨੂੰ
ਉਹਦੀ ਪਰਸਨੈਲਿਟੀ ਦੀਆਂ ਤਿੰਨੋਂ ਡੋਮੇਨ 'ਚ ਵੈਲੂਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿੰਨਾ ਕੁ ਵਰਥ ਰੱਖਦਾ ਹੈ। ਵਰਡ ਨੇੜੇ ਹੈ ਕਿ ਲੈਟਿਨ ਵਰਡ ਵੀ ਨੇੜੇ ਹੈ? सर फ्रेंच वर्ड ज्यादा उसके नजदीक है मेरे हिसाब से। किवें? सर क्योंकि इवैल्यूएशन जितना हमने भी अभी तक समझा है, अगर कोई मुझे बोले इवैल्यूएशन क्या है, तो मुझे भी लगता है इवैल्यूएशन का मतलब ये है किसी को जज करना, क्रिटिसाइज करना, या मतलब क्रिटिकली जज करना किसी को, अप्रेज करना, उसको देखना कि मतलब वही कि अप्रेज करना उसको, बी स्ट्रॉन्ग, बी वेल, बी ऑफ वर्थ, मतलब इतना मुझे उससे रिलेटिंग नहीं लगा। ਪਰ ਇਸ ਦਾ ਅਸੈਂਸ ਥੋੜ੍ਹਾ ਡਿਫਰ ਕਰਦਾ ਹੈ। ਮੈਨੂੰ ਇਹ ਇਸ ਕਰਕੇ ਜ਼ਿਆਦਾ ਨੇੜੇ ਲੱਗਿਆ ਕਿਉਂਕਿ ਇਹ ਪਰਸਨੈਲਿਟੀ ਦੀਆਂ ਤਿੰਨੋਂ ਡੋਮੇਨਸ ਨੂੰ ਜੱਜ ਕਰਨ ਦੀ ਗੱਲ ਕਰ ਰਿਹਾ, ਜਦੋਂ ਕਿ ਉਹ ਸਿਰਫ ਅਪਰੇਜ਼ਲ ਦੀ ਗੱਲ ਕਰ ਰਿਹਾ, ਔਰ ਉਹ ਅਪਰੇਜ਼ਲ ਨੂੰ ਹੋਰ ਜ਼ਿਆਦਾ ਕਲੀਅਰ ਨਹੀਂ ਕਰਦਾ ਕਿ ਅਪਰੇਜ਼ਲ ਦੀ ਮਤਲਬ ਕਿੰਨਾ ਡੋਮੇਨਸ ਦੀ ਗੱਲ ਕਰੋਗੇ, ਅਪਰੇਜ਼ਿੰਗ ਦਾ ਕਗਨੇਟਿਵ, ਅਪਰੇਜ਼ਿੰਗ ਦਾ ਕਨੇਟਿਵ, ਔਰ ਅਪਰੇਜ਼ਿੰਗ ਦਾ ਸਾਈਕੋਮੋਟਰ, ਦੇ ਆਰ ਨਾਟ ਮੇਕਿੰਗ ਐਨੀ ਸੈਂਸ ਇਨ ਦੈਟ ਕਾਈਂਡ, ਹੈ ਨਾ। ਤਾਂ ਉੱਥੇ ਇਸ ਕਰਕੇ ਮੈਨੂੰ ਥੋੜ੍ਹਾ ਜਿਹਾ ਇਹ ਲੱਗਦਾ ਕਿ ਜ਼ਿਆਦਾ ਐਲੈਬੋਰੇਟਿਵ ਹੈ ਲੈਟਿਨ ਵਰਡ। ਪਰ ਜਿਵੇਂ ਤੁਸੀਂ ਕਿਹਾ ਕਿ ਜੇ ਅਪਰੇਜ਼ਿੰਗ ਨੂੰ ਓਵਰਆਲ ਸੈਂਸ 'ਚ ਲੈ ਲਈਏ ਤਾਂ ਸ਼ਾਇਦ ਇੱਕ ਤਾਂ ਉਹਦੇ ਸਪੈਲਿੰਗ ਵੀ ਕੁਛ ਮੈਚ ਕਰਦੇ ਆ ਤਾਂ ਉਹ ਜ਼ਿਆਦਾ ਨੇੜੇ ਲੱਗਦਾ, ਪਰ ਜੇਕਰ ਇਹਦੀ ਸੈਂਸ ਨੂੰ ਦੇਖੀਏ ਤਾਂ ਮੈਨੂੰ ਲੈਟਿਨ ਵਰਡ ਜ਼ਿਆਦਾ ਨੇੜੇ ਲੱਗਦਾ। ਪਰ ਕਿਉਂਕਿ ਲੈਟਿਨ ਵਰਡ ਦਾ ਵੈਲਿਊ ਜਿਹੜਾ ਅਲਫਾਬੈਟ ਫਾਰਮੇਸ਼ਨ ਹੈ ਉਹ ਬਹੁਤ ਨੇੜੇ ਦੀ ਨਹੀਂ ਹੈ, ਇਸ ਕਰਕੇ ਜ਼ਿਆਦਾਤਰ ਲੋਕ ਇਹੀ ਕਹਿੰਦੇ ਆ ਕਿ ਫਰੈਂਚ ਤੋਂ ਡਰਾਈਵ ਕੀਤਾ ਹੋਇਆ ਹੈ, ਜਿਵੇਂ ਕਿ ਗੌਰਿਕਾ ਨੂੰ ਲੱਗਦਾ ਫਰੈਂਚ ਦੇ ਵਰਡ ਤੋਂ ਡਰਾਈਵ ਕੀਤਾ, ਔਰ ਮੈਨੂੰ ਵੀ ਲੱਗ ਰਿਹਾ ਕਿ ਫਰੈਂਚ ਦੇ ਵਰਡ ਤੋਂ ਹੀ ਡਰਾਈਵ ਕੀਤਾ ਹੈ। ਪਰ ਇਹਦਾ ਮੀਨਿੰਗ ਦੀ ਸੈਂਸ ਅਸੀਂ ਲੈਟਿਨ ਤੋਂ ਵੀ ਲੈ ਸਕਦੇ ਹਾਂ, ਕਿਉਂਕਿ ਫਰੈਂਚ ਜਿਹੜੀ ਭਾਸ਼ਾ ਹੈ ਲੈਟਿਨ ਤੋਂ ਹੀ ਆਪਣਾ ਓਰੀਜਨ ਲੈਂਦੀ ਹੈ। ਜਿਵੇਂ ਅਸੀਂ ਕਹੀਏ ਸੰਸਕ੍ਰਿਤ ਤੋਂ ਕੋਈ ਸ਼ਬਦ ਹਿੰਦੀ ਤੋਂ ਲਿਆ, ਪਰ ਹਿੰਦੀ 'ਚੋਂ ਸ਼ਬਦ ਸੰਸਕ੍ਰਿਤ ਤੋਂ ਆਇਆ ਹੋਵੇ, ਇਸ ਤਰ੍ਹਾਂ ਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਦਾ ਕੋਈ ਆਪਸ 'ਚ ਲਿੰਕ ਹੋਏਗਾ। ਚਲੋ ਅਸੀਂ ਇਸ ਨੂੰ ਅੱਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਨ ਐਨੀ ਐਜੂਕੇਸ਼ਨ ਸੈਟਅਪ ਜਦੋਂ ਅਸੀਂ ਮੀਨਿੰਗ ਦੀ ਗੱਲ ਕਰਦੇ ਹਾਂ, ਐਵੈਲੂਏਸ਼ਨ ਦਾ ਮੀਨ ਹੈ ਅਸਾਈਨਿੰਗ ਸਰਟਨ ਵੈਲਿਊ। ਹੁਣ ਉਹ ਕਹਿੰਦੇ ਆ ਕਿ ਅਸੀਂ ਵੈਲਿਊ ਦੇਣੀ ਹੈ ਟੂ ਦ ਸਟੂਡੈਂਟ ਪਰਫਾਰਮੈਂਸ ਔਨ ਦ ਬੇਸਿਸ ਆਫ। ਹੁਣ ਇੱਥੇ ਉਹ ਥੋੜ੍ਹਾ ਗੱਲ ਕਰਦੇ ਆ, ਕਹਿੰਦੇ ਇੱਕ ਤਾਂ ਪ੍ਰੋਡਕਟ ਦੇ ਬੇਸਿਸ 'ਤੇ, ਇੱਕ ਬਿਹੇਵੀਅਰ ਦੇ ਬੇਸਿਸ 'ਤੇ, ਇੱਕ ਸਕਿੱਲ ਦੇ ਬੇਸਿਸ 'ਤੇ। ਅਸੀਂ ਇਹ ਸਾਰਾ ਕੁਛ ਸ਼ਬਦ ਜਿਹੜੇ ਸੀ ਨਾ ਇਹ ਰਿਊਬਰਿਕ 'ਚ ਬੜੇ ਵਰਤੇ, ਪ੍ਰੋਡਕਟ ਵਗੈਰਾ। ਤਾਂ ਤੁਹਾਨੂੰ ਇਸ ਸਲਾਈਡ ਤੋਂ ਕੁਛ ਸਮਝ ਆਇਆ ਹੋਵੇ, ਮੈਨੂੰ कौन ਦੱਸੇਗਾ? सोनल ਜਾਂ सर प्रोडक्ट तो वही है कि क्या उसने मतलब कैसे असाइनमेंट्स उसने सबमिट करवाई थी या कैसे उसने प्रोजेक्ट बनाए थे। हाँ हाँ बिल्कुल बिल्कुल। एंड व्हाट अबाउट बिहेवियर? ਬਿਹੇਵੀਅਰ ਨੂੰ ਟੀਚਰ ਕਿਵੇਂ ਮੰਨਦਾ ਕਿ ਸਵੇਰੇ ਆ ਕੇ ਉਹਨੂੰ ਸਾਈਕੋਫੈਂਸ ਟਾਈਪ ਨਾਲ ਝੁੱਕ ਕੇ ਸਲਾਮ ਕਰਨੀ ਚਾਹੀਦੀ ਹੈ, ਜਿਵੇਂ ਟੀਚਰ ਮਹਾਰਾਜਾ ਹੋਵੇ ਔਰ ਉਹ ਕੋਈ ਨੌਕਰੀ ਵਾਲਾ ਗੁਲਾਮ ਜਾਂ ਸਲੇਵ ਹੋਵੇ, ਇਸ ਤਰ੍ਹਾਂ ਦੀ ਬਿਹੇਵੀਅਰ ਦੀ ਗੱਲ ਹੋ ਰਹੀ ਹੈ, ਰਿਸਪੈਕਟ ਦੀ, ਕਿ ਕੀ ਗੱਲ ਹੈਗੀ ਇਹਦੇ 'ਚ, ਕਿ ਅਸੀਂ ਬਿਹੇਵੀਅਰ ਨੂੰ ਕਿਵੇਂ ਦੇਖਦੇ ਹਾਂ? सर रिस्पॉन्स कैसे देता है स्टूडेंट, बिहेवियर में वो आ जाता है कि एक्टिवली पार्टिसिपेट कर रहा है कि नहीं, वो आ जाता है बिहेवियर में। उसका एटीट्यूड किस तरह का है चीजों की तरफ। बिहेवियर उसका एटिकेट्स, उसका सोशल सब मैनर। बिहेवियर में ये भी आ सकता है कि वो कितना एफर्ट डाल रहा है अपने असाइनमेंट में, हाँ, कितने टाइमली सबमिट कर रहा है वो अपनी असाइनमेंट, कितना वो एक असाइनमेंट की तरफ डेडिकेटेड है, हाँ। और कितना वो इनिशिएटिव ले रहा है। बिल्कुल, इनिशिएशन, हार्डवर्क, डिवोशन, डेडिकेशन, एफर्ट्स, रिस्पैक्ट, पंक्चुअलिटी, डिसिप्लिन एंड एस्थेटिकनेस। और ये सारे कुछ ਨੂੰ ਜਦੋਂ ਅਸੀਂ ਇੱਕ ਸਮ ਅਪ ਕਰਾਂਗੇ ਦੈਟ ਬਿਕਮ ਦ ਬਿਹੇਵੀਅਰ। ਇਹਦਾ ਮਤਲਬ ਹੈ ਟੀਚਰ ਉਹਦੀ ਸਿੰਸੈਰਿਟੀ ਵੀ ਚੈੱਕ ਕਰੇਗਾ, ਉਹਦੀ ਕਲਾਸਰੂਮ ਪ੍ਰੈਜੈਂਟੇਸ਼ਨ ਵੀ ਚੈੱਕ ਕਰੇਗਾ, ਉਹਦੀ ਐਬਸੈਂਟ ਪ੍ਰੈਜੈਂਟ ਵੀ ਚੈੱਕ ਕਰੇਗਾ, ਔਰ ਉਸ ਦਾ ਟਾਈਮ ਵਿਦਿਨ ਟਾਈਮ ਕਰ ਰਿਹਾ ਕਿ ਆਫਟਰ ਟਾਈਮ ਕਰ ਰਿਹਾ ਹੈ, ਉਹਦੇ ਕੰਮ ਦੀ ਕੁਆਲਿਟੀ ਕੀ ਹੈ, ਉਸਨੇ ਕਿੰਨੇ ਐਫਰਟਸ ਲਗਾਏ ਉਹਦੇ ਵਿੱਚ, ਕੀ ਉਸਨੇ ਉਸ ਨੂੰ ਕੋਈ ਐਕਸਟਰਾ ਐਫਰਟਸ ਨਾਲ ਕੀਤਾ, ਇਨੀਸ਼ੀਏਸ਼ਨ ਕਿੰਨਾ ਲਿਆ ਹੈ, ਕੋਈ ਕ੍ਰੀਏਟਿਵ ਹੈ ਕਿ ਨਹੀਂ ਹੈ, ਔਰ ਉਹਦਾ ਸੋਸ਼ਲ ਐਟੀਕੇਟਸ ਦੀ ਗੱਲ ਵੀ ਕਰੇਗਾ ਕਿ ਉਹ ਦੂਸਰਿਆਂ ਨਾਲ ਕੋਆਪਰੇਟ ਕਰਦਾ ਹੈ, ਕੋਲੈਬੋਰੇਟ ਕਰਦਾ ਹੈ, ਰਿਸਪੈਕਟ ਕਰਦਾ, ਰਿਗਾਰਡ ਕਰਦਾ, ਓਬੇ ਕਰਦਾ ਹੈ, ਰੂਲਸ ਨਹੀਂ ਕਰਦਾ। ਸਮਝ ਰਹੇ? ਤਾਂ ਅਸੀਂ ਇਸ ਨੂੰ ਵੀ ਵੈਲਿਊ ਕਰਾਂਗੇ। ਔਰ ਅਗਲੀ ਗੱਲ ਉਹਨਾਂ ਨੇ ਸਕਿੱਲਸ ਦੀ ਕੀਤੀ ਹੈ, ਤਾਂ ਸਕਿੱਲਸ ਦੀ ਗੱਲ ਕਿਹੜੀ ਹੁੰਦੀ ਹੈ ਫਿਰ ਆਪਣੇ ਇਕਨੋਮਿਕਸ 'ਚ, ਕਿਹੜੀਆਂ ਸਕਿੱਲਸ ਦੀ ਹੁੰਦੀ ਲੋੜ? सर इकोनॉमिक्स में स्किल्स आई थिंक रिसर्च स्किल्स, रिसर्च एंड प्रेजेंटेशन स्किल्स। बस सर रैशनल थिंकिंग, क्रिटिकल थिंकिंग। हाँ, और सर कितने क्रिएटिवली वो अपने काम को शो कर पा रहा है, ये भी एक स्किल है। ਹਾਂ, ਅਸੀਂ ਬੱਚੇ ਦੇ ਲੈਵਲ 'ਤੇ ਜਾ ਕੇ ਦੇਖਾਂਗੇ। ਅਸੀਂ ਕੋਈ ਜਿਵੇਂ ਸੋਨਲ ਕਹਿ ਰਹੀ ਸੀ ਕਿ ਰਿਸਰਚ ਸਕਿੱਲ ਮੀਨ ਦੈਟ ਵੀ ਆਰ ਅਜ਼ਿਊਮਿੰਗ ਜਸਟ ਦੈਟ
we have to deal with that mature student, post graduate student, graduate student। ਪਰ ਜਦੋਂ ਅਸੀਂ ਐਜ ਏ ਟੀਚਰ ਦੇਖ ਰਹੇ ਹੁੰਦੇ ਹਾਂ ਤਾਂ ਤੁਹਾਡਾ ਤੇ ਮੇਰਾ ਵਾਸਤਾ ਇਹ ਹੈ ਕਿ ਮੈਂ ਤੁਹਾਨੂੰ ਸੈਕੰਡਰੀ ਸਕੂਲਾਂ ਲਈ ਤਿਆਰ ਕਰ ਰਿਹਾ ਤੇ ਤੁਹਾਨੂੰ ਅਡੋਲੈਸੈਂਟਸ ਜਾਂ ਟੀਨੇਜ ਨਾਲ ਹੀ ਡੀਲ ਕਰਨਾ ਹੈ, ਤਾਂ ਅਸੀਂ ਉਸ ਬੱਚੇ ਨੂੰ ਬ੍ਰੇਨ 'ਚ ਰੱਖ ਕੇ ਕਹਿੰਦੇ ਹਾਂ ਕਿ ਉਸ ਬੱਚੇ 'ਚ ਅਸੀਂ ਕਿਸ ਤਰ੍ਹਾਂ ਦੀਆਂ ਸਕਿੱਲ ਲੈ ਕੇ ਆਉਣਾ ਚਾਹੁੰਦੇ ਹਾਂ, ਬਾਏ ਟੀਚਿੰਗ ਇਕਨੋਮਿਕਸ, ਬਾਏ ਐਜੂਕੇਟਿੰਗ them with, by giving training for a specific period in that instructions of economics। ਅਸੀਂ ਕੀ ਕਰਨਾ ਚਾਹੁੰਦੇ ਹਾਂ, ਉਹਦੇ 'ਚ ਕੀ ਅਚੀਵ ਕਰਨਾ ਚਾਹੁੰਦੇ ਹਾਂ। ਤਾਂ ਜਿਹੜੀਆਂ ਸਕਿੱਲਸ ਦੀ ਮੈਂ ਗੱਲ ਕਰਦਾ ਹਾਂ, ਪਹਿਲੀ ਗੱਲ ਹੈ ਕਿ ਉਹ ਪਰਸਨ ਜਿਹੜਾ ਹੈ ਨੌਲੇਜ ਅਪਲਾਈ ਕਰਨ ਦੀ ਸਕਿੱਲ ਰੱਖਦਾ ਹੋਵੇ, ਉਹਦੇ 'ਚ ਐਕਸਪ੍ਰੈਸ਼ਨ ਦੀ ਸਕਿੱਲ ਹੋਵੇ, ਉਹਦੇ 'ਚ ਕਮਿਊਨੀਕੇਸ਼ਨ ਦੀ ਸਕਿੱਲ ਹੋਵੇ, ਉਹਦੇ ਵਿੱਚ ਡਿਸੀਜਨ ਮੇਕਿੰਗ ਔਰ ਪ੍ਰੈਫਰੈਂਸ ਔਰ ਚੋਇਸ ਮੇਕਿੰਗ ਹੋਵੇ। ਜਦੋਂ ਅਸੀਂ ਕਹਿੰਦੇ ਨਾ ਵਾਈਜ਼ ਕੰਜ਼ਿਊਮਰਸ਼ਿਪ ਡਿਵੈਲਪ ਕਰਨੀ ਹੈ, ਔਰ ਉਹਦੇ ਵਿੱਚ ਵਾਈਜ਼ ਕੰਜ਼ਿਊਮਰਸ਼ਿਪ ਹੈ, ਪਹਿਲਾਂ ਤਾਂ ਉਹ ਅਲਰਟ ਐਂਡ ਅਵੇਅਰ ਹੋਣਾ ਚਾਹੀਦਾ, ਉਹਦੇ 'ਚ ਸਕਿੱਲ ਹੋਣੀ ਚਾਹੀਦੀ ਹੈ। ਫਿਰ ਉਹਦੀਆਂ ਚੋਇਸਿਸ ਫਰੇਮ ਕਰਨ ਦੀ ਕਿ ਮੈਨੂੰ ਕੀ ਚਾਹੀਦਾ, ਮੈਨੂੰ ਕੀ ਨਹੀਂ ਚਾਹੀਦਾ, ਹੈ ਨਾ। ਔਰ ਉਹ ਡਿਸੀਜਨ ਉਹ ਕਿਹਦੇ ਬੇਸਿਸ 'ਤੇ ਲਏਗਾ, ਉਹਦੇ ਲਈ ਉਹਨੂੰ ਕ੍ਰਿਟੀਕਲ ਐਨਾਲਿਸਿਸ ਕਰਨਾ ਆਉਣਾ ਚਾਹੀਦਾ। ਦੈਟ ਪਰਸਨ ਸ਼ੁੱਡ ਬੀ ਵੈਲ ਵਰਸਡ ਅਬਾਊਟ ਦਾ ਅਵੇਲੇਬਲ ਪ੍ਰੋਡਕਟਸ, ਕਿਹੜੇ ਕਿਹੜੇ ਪ੍ਰੋਡਕਟ ਉਸ ਮਾਰਕੀਟ 'ਚ ਉਸ ਪਰਟੀਕੂਲਰ ਮਤਲਬ ਜਿਹੜੀ ਫੀਚਰਸ ਉਹ ਚਾਹੁੰਦਾ ਉਸ ਫੀਚਰ ਦੇ ਕਿਹੜੇ ਕਿਹੜੇ ਪ੍ਰੋਡਕਟ ਅਵੇਲੇਬਲ ਨੇ, ਔਰ ਉਹਨਾਂ 'ਚ ਕਿਸ ਤਰ੍ਹਾਂ ਦੀ ਕੰਪੀਟੀਟਿਵ ਮਾਰਕੀਟ ਹੈ, ਵੈਲਿਊਸ ਉਹਦੇ ਵਿੱਚ ਕੋਸਟ ਕੀ ਹੈ, ਪ੍ਰਾਈਸਿੰਗ ਮੈਕੈਨਿਜ਼ਮ ਕੀ ਹੈ, ਔਰ ਉਹਦੇ ਵਿੱਚ ਹੋਰ ਫਿਨਾਂਸਿੰਗ ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਇੰਸਟਾਲਮੈਂਟ ਪਾਲਿਸੀਜ਼ ਕੀ ਨੇ। ਤਾਂ ਇਹਦਾ ਮਤਲਬ ਹੈ ਸਾਨੂੰ ਉਹ ਸਾਰੀਆਂ ਸਕਿੱਲਸ ਦੀ ਗੱਲ ਕਰਨੀ ਹੈ। ਮੈਂ ਦੇਖਦਾ ਵਾਂ ਡਾਕਟਰ ਮਨਮੋਹਨ ਸਿੰਘ ਵਰਗਾ ਕੋਈ ਸਕਾਲਰ ਨਹੀਂ ਹੈ, ਬਟ ਦੈਟ ਪਰਸਨ ਲੈਕ ਦੈਟ ਕਮਿਊਨੀਕੇਸ਼ਨ ਸਕਿੱਲਸ, ਉਹਦੇ ਕੋਲ ਅੱਛੀਆਂ ਕਮਿਊਨੀਕੇਸ਼ਨ ਸਕਿੱਲਸ ਨਹੀਂ, ਹੀ ਵਾਜ਼ ਨਾਟ ਅ ਗੁੱਡ ਰੇਟਰ, ਤਾਂ ਉਹ ਇਸ ਕਾਰਨ ਬਦਨਾਮ ਹੋਇਆ ਕਿ ਉਹ ਅੱਛਾ ਬੁਲਾਰਾ ਨਹੀਂ ਸੀਗਾ। ਮੋਦੀ ਸਾਰੀਆਂ ਸਕਿੱਲਸ ਅਸੀਂ ਦੇਣੀਆਂ ਨੇ ਇਨ ਅ ਪਰਟੀਕੂਲਰ ਪੀਰੀਅਡ ਆਫ ਟਾਈਮ। ਤਾਂ ਇਹ ਹੈ ਐਵੈਲੂਏਸ਼ਨ ਦਾ ਮਤਲਬ ਹੈ ਕਿ ਅਸੀਂ ਤਿੰਨੋਂ ਡੋਮੇਨ ਚੈੱਕ ਕਰਾਂਗੇ, ਉਹਦੀ ਸਕਿੱਲ, ਉਹਦਾ ਐਟੀਟਿਊਡ, ਉਹਦਾ ਬਿਹੇਵੀਅਰ ਐਂਡ ਉਹਦੇ ਪ੍ਰੋਡਕਟ ਜਿਹਨੂੰ ਅਸੀਂ ਕਹਿੰਦੇ ਹਾਂ ਕੋਗਨੀਟਿਵ ਡੋਮੇਨ। ਤਾਂ ਅਸੀਂ ਇਸ ਦੀ ਗੱਲ ਕੀਤੀ ਹੈ। ਥੋੜ੍ਹੀ ਜਿਹੀ ਡੈਫੀਨੇਸ਼ਨ ਦੇਖ ਲੈਂਦੇ ਹਾਂ। ਵੈਲੀ ਜਿਹੜੇ ਹੈਗੇ ਆ ਉਹ ਕੀ ਕਹਿੰਦੇ ਆ ਕਿ evaluation is a process of making judgment that are to be used as a basis of planning। ਉਹ ਕਹਿੰਦੇ ਆ ਕਿ ਵੈਲਿਊ ਸਿਸਟਮ ਸਾਨੂੰ ਇਸ ਤਰ੍ਹਾਂ ਦੀਆਂ ਜੱਜਮੈਂਟਸ ਜਾਂ ਇਸ ਤਰ੍ਹਾਂ ਦੇ ਫੈਕਟ ਐਂਡ ਫਿਗਰ ਪ੍ਰੋਵਾਈਡ ਕਰਦਾ ਜਿਹਨੂੰ ਅਸੀਂ ਆਪਣੀ ਫਿਊਚਰ ਪਲਾਨਿੰਗ, ਐਡੂਕੇਸ਼ਨਲ ਪਲਾਨਿੰਗ ਦਾ ਬੇਸ ਬਣਾਵਾਂਗੇ। ਔਰ ਇਟ ਕੰਸਿਸਟ ਆਫ, ਪਹਿਲਾ ਅਸੀਂ ਐਜੂਕੇਸ਼ਨ ਸਿਸਟਮ ਲਈ ਕੀ ਗੋਲ ਬਣਾਉਣੇ ਆ ਐਜ਼ ਅ ਨੇਸ਼ਨ, ਐਜ਼ ਅ ਪੇਰੈਂਟ ਅਸੀਂ ਆਪਣੇ ਬੱਚੇ ਲਈ, ਐਜ਼ ਅ ਟੀਚਰ ਅਸੀਂ ਆਪਣੇ ਬੱਚੇ ਲਈ ਕੀ ਐਜੂਕੇਸ਼ਨਲ ਗੋਲ ਜਿਹੜਾ ਹੈ ਸੈੱਟ ਕਰਨਾ ਹੈ। ਕਿ ਅਸੀਂ ਉਸ ਨੂੰ ਇੰਜੀਨੀਅਰਿੰਗ ਕਰਵਾਉਣਾ ਚਾਹੁੰਦੇ ਹਾਂ, ਅਸੀਂ ਦੇਖਾਂਗੇ ਕਿ ਉਹਦਾ IQ ਲੈਵਲ ਕਿਵੇਂ ਦਾ ਹੈ, ਉਸ ਦੀ ਅਚੀਵਮੈਂਟ ਅਕੈਡਮਿਕ ਕਿਵੇਂ ਦੀ ਹੈ, ਉਹ ਪਰਸਨ ਕਿਸ ਡੋਮੇਨ 'ਚ ਡੋਮੀਨੇਟ ਕਰਦਾ ਹੈ, ਕੀ ਉਹਦਾ ਕੋਗਨੀਟਿਵ ਅੱਛਾ ਹੈ, ਰੀਜ਼ਨਿੰਗ ਲੌਜਿਕ ਅੱਛਾ, ਅਸੀਂ ਕਹਿੰਦੇ ਹਾਂ ਮੈਡੀਕਲ 'ਚ ਜਾਏਗਾ। ਪਰ ਜੇ ਉਸ ਦਾ ਅਸਥੈਟਿਕ ਅੱਛਾ ਹੈ ਤਾਂ ਅਸੀਂ ਉਸ ਨੂੰ ਆਰਟ ਐਂਡ ਪੇਂਟਿੰਗ ਵੱਲ ਲੈ ਕੇ ਜਾਵਾਂਗੇ। ਪਰ ਜੇ ਉਸ ਦੀ ਐਕਸਪ੍ਰੈਸ਼ਨ ਅੱਛੀ ਹੈ ਜਾਂ ਸੋਸ਼ਲ ਸਕਿੱਲ 'ਚ ਜਾਏਗਾ। ਜੇ ਉਹ ਕਿਸੇ ਸਕਿੱਲ ਨਾਲ ਹੈ, ਮੰਨ ਲਓ ਆਰਟ ਪੇਂਟਿੰਗ ਹੈ, ਉਹਦੀ ਡਾਂਸਿੰਗ ਸਕਿੱਲ ਹੈ, ਉਹਦੀ ਪ੍ਰੈਕਟੀਕਲ ਪਰਫਾਰਮੈਂਸ ਹੈ, ਤਾਂ ਅਸੀਂ ਉਸ ਨੂੰ ਉਸ ਤਰ੍ਹਾਂ ਦੀ ਆਰਟ ਐਂਡ ਕਰਾਫਟ ਦੇ ਵਿੱਚ ਟ੍ਰੇਨ ਕਰਾਂਗੇ, ਜਾਂ ਉਸ ਨੂੰ ਜਿਹੜੀਆਂ ਲਾਈਟ ਆਰਟਸ ਨੇ ਉਹਨਾਂ ਵਿੱਚ ਟ੍ਰੇਨ ਕਰਾਂਗੇ। ਤਾਂ ਅਸੀਂ ਕਹਿੰਦੇ ਹਾਂ ਐਸਟੈਬਲਿਸ਼ਿੰਗ ਗੋਲ ਐਜ਼ ਅ ਇੰਡੀਵਿਜੂਅਲ, ਐਜ਼ ਅ ਪੇਰੈਂਟਸ ਐਂਡ ਐਜ਼ ਅ ਨੇਸ਼ਨ, that evaluation system provide us data। ਅਗਲਾ ਹੈ collecting evidences concerning the growth and lack of the growth toward the goal। ਅਸੀਂ ਕਹਿੰਦੇ ਹਾਂ ਕਿ ਅਸੀਂ ਦੋਨੋਂ ਚੀਜ਼ਾਂ ਵੀਕਨੈਸ ਐਂਡ ਸਟਰੈਂਥ ਦੇਖਦੇ ਹਾਂ ਕਿ ਜਦੋਂ ਅਸੀਂ ਇੱਕ ਪ੍ਰੋਸੈਸ ਲੈ ਕੇ ਚੱਲੇ, ਜਦੋਂ ਅਸੀਂ ਇਨਪੁਟ ਲਗਾ ਦਿੱਤੇ, ਉਸ ਤੋਂ ਬਾਅਦ ਗਰੋਥ ਦੀ ਐਵੀਡੈਂਸਿਸ ਕੀ ਨੇ, ਕਿੰਨੀ ਇੰਪਰੂਵਮੈਂਟ ਹੋਈ ਕਿਸੇ ਪਰਸਨ ਦੇ ਬਿਹੇਵੀਅਰ ਦੇ ਵਿੱਚ, ਜਾਂ ਕਿਸ ਤਰ੍ਹਾਂ ਦੀ ਡੈਫੀਸ਼ੀਐਂਸੀ ਅਸੀਂ ਨੋਟਿਸ ਕਰ ਪਾ ਰਹੇ ਹਾਂ। ਅੱਗੇ ਮੇਕਿੰਗ ਜਜਮੈਂਟ ਅਬਾਊਟ ਦ ਐਵੀਡੈਂਸਿਸ, ਜਿਹੜੀਆਂ ਐਵੀਡੈਂਸਿਸ ਮਿਲੀਆਂ, ਤੁਸੀਂ ਜਿਹੜਾ ਡਾਟਾ ਲੈ ਕੇ ਆਂਦਾ, ਉਸ ਦੇ ਬੇਸਿਸ ਦੇ ਉੱਪਰ ਤੁਸੀਂ ਕੀ ਪ੍ਰੈਡਿਕਟ ਕਰ ਪਾਉਂਦੇ ਹੋ। ਮੰਨ ਲਓ ਬੱਚੇ ਦਾ ਸਕੋਰ 48 ਹੈ, ਤੁਹਾਨੂੰ ਕਿਹਾ ਜਾਵੇ ਪ੍ਰੈਡਿਕਟ ਕਰੋ ਕਿ ਕਿਸ ਤਰ੍ਹਾਂ ਦੀ ਜਿਹੜਾ ਹੈ ਐਜੂਕੇਸ਼ਨਲ ਫੀਲਡ 'ਚ ਸਰਵਾਈਵ ਕਰ ਜਾਏਗਾ, ਤਾਂ ਤੁਹਾਡੀ ਕੀ ਜਜਮੈਂਟ ਹੋਏਗੀ। ਬੱਚੇ ਦਾ ਟੋਟਲ ਸਕੋਰ 48% ਹੈ, ਤੁਸੀਂ ਕੀ ਜਜਮੈਂਟ ਦਿਓਗੇ ਕਿ ਬੱਚਾ ਕਿਸ ਜਿਹੜਾ ਹੈ ਸਟਰੀਮ 'ਚ ਜਾਣਾ ਚਾਹੀਦਾ ਹੈ। ओवरऑल 40 है ना, जिसमें अच्छा होगा हम उसको प्रमोट करेंगे। ਇੱਕ ਤਾਂ ਗੱਲ ਕਲੀਅਰ ਹੈ ਕਿ ਜੇ 48 ਹੈ ਤਾਂ ਦੈਟ ਪਰਸਨ ਡੋਂਟ ਹੈਵ ਦੈਟ IQ ਵਿਚ ਇਜ਼ ਵੀ ਸੇ ਦੈਟ ਵਿਚ ਇਜ਼ ਨੈਸੈਸਰੀ ਫਾਰ ਕਮਰਸ। 48% 48%। हाँ जी। ਤਾਂ ਅਸੀਂ ਓਵਰਆਲ ਤੋਂ ਤਾਂ ਇਹ ਕਵਾਂਗੇ ਕਿ ਸਾਇੰਸ ਸਟਰੀਮ ਉਹਦੇ ਲਈ ਨਹੀਂ ਹੈ ਔਰ ਬਿਜ਼ਨਸ ਔਰ ਐਡਮਿਨਿਸਟ੍ਰੇਸ਼ਨ ਉਹਦੇ ਲਈ ਨਹੀਂ ਹੈ। ਇਹਦਾ ਮਤਲਬ ਹੈ ਉਹ ਬਾਕੀ ਸਾਇੰਸ 'ਚ ਸਰਵਾਈਵ ਕਰ ਸਕੇਗਾ, ਜਾਂ ਉਹ ਪਰਫਾਰਮਿੰਗ ਆਰਟਸ ਚਲੇ ਜਾਵੇ, ਜਾਂ ਉਹ ਕਰਾਫਟ 'ਚ ਚਲੇ ਜਾਵੇ, ਜਾਂ ਉਹਨੂੰ ਕਹਿੰਦੇ ਆ ਕਿ ਅਸੀਂ ਕਿਸੇ ਸਕਿੱਲ ਡਿਵੈਲਪਮੈਂਟ, ਜਿਵੇਂ ਮਤਲਬ ਕਿਸੇ ਖਾਸ ਵੋਕੇਸ਼ਨਲ ਟ੍ਰੇਨਿੰਗ ਲਈ ਚਲੇ ਜਾਵੇ, ਜਿੱਥੇ ਉਹਨੂੰ ਬ੍ਰੇਨ ਦੀ ਨਹੀਂ ਹੈਂਡ ਔਨ ਪ੍ਰੈਕਟਿਸਿਸ ਦੀ ਜ਼ਰੂਰਤ ਪਵੇ, ਜਿਵੇਂ ਪਲੰਬਰ ਦੇ ਤੌਰ 'ਤੇ ਜਾਂ ਕਾਰਪੈਂਟਰ ਦੇ ਤੌਰ 'ਤੇ, ਜਾਂ ਕੋਈ ਹੋਰ ਇਸ ਤਰ੍ਹਾਂ ਦੀ ਟ੍ਰੇਨਿੰਗ ਲਈ ਚਲਾ ਜਾਵੇ। ਜਾਂ ਫਿਰ ਉਹ
ਪਿਓਰ ਹਿਊਮੈਨਿਟੀਜ਼ ਗਰੁੱਪ ਦੇ ਵਿੱਚ ਜਿਹੜਾ ਹੈ ਕੋਈ ਲਿਟਰੇਚਰ ਦਾ ਸਟੂਡੈਂਟ ਬਣ ਜਾਵੇ, ਤੇ ਇਹਦਾ ਮਤਲਬ ਐਵੀਡੈਂਸਿਸ ਸਾਨੂੰ ਜਜਮੈਂਟ ਕਰਨ ਲਈ ਹੈਲਪਫੁਲ ਹੋਣਗੀਆਂ। ਅਗਲਾ ਹੈ ਰਿਵਾਈਜ਼ਿੰਗ ਦ ਪ੍ਰੋਸੀਜਰ। ਇੱਕ ਗੱਲ ਹੋਰ ਵੀ ਹੈ ਕਿ ਜੇ ਅਸੀਂ ਦੇਖੀਏ ਕਿ ਜਿਵੇਂ ਪਿੱਛੇ ਜੇ ਰਾਈਟ ਟੂ ਐਜੂਕੇਸ਼ਨ ਇੰਪਲੀਮੈਂਟ ਹੋਇਆ ਤਾਂ ਉਹਨਾਂ ਨੇ ਇਹਦੇ ਵਿੱਚ ਕਹਿ ਦਿੱਤਾ ਕਿ ਦੇਰ ਇਜ਼ ਨੋ ਨੀਡ ਆਫ ਟੇਕਿੰਗ ਐਨੀ ਐਗਜ਼ਾਮ, ਔਰ ਉਹ ਕਹਿੰਦੇ ਆ ਕਿ ਐਗਜ਼ਾਮ ਨਹੀਂ ਅਸੀਂ ਲਵਾਂਗੇ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਨੋ ਡਿਟੈਂਸ਼ਨ ਪੋਲਿਸੀ, ਅਸੀਂ ਕਿਸੇ ਨੂੰ ਫੇਲ ਨਹੀਂ ਕਰਨ ਵਾਲੇ, ਹੈ ਨਾ, ਕੋਈ ਬੱਚਾ ਰੁਕੇਗਾ ਨਹੀਂ ਹੈ, ਸਭ ਨੂੰ ਪ੍ਰਮੋਟ ਕਰਦੇ ਜਾਵਾਂਗੇ। ਤਾਂ ਉਹਦੇ ਨਾਲ ਕੀ ਹੋਇਆ ਕਿ ਆਲ ਹੈਵ ਦੈਟ ਪੂਅਰ ਲਰਨਿੰਗ ਸਕਿੱਲਸ। ਇਹ ਨੋਟਿਸ ਕੀਤਾ ਗਿਆ, ਇਹ ਐਵੀਡੈਂਸਿਸ ਆਈਆਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ, ਹਿੰਦੀ ਵੀ ਨਹੀਂ ਆਉਂਦੀ, ਇੰਗਲਿਸ਼ ਵੀ ਨਹੀਂ ਆਉਂਦੀ, ਦੇ ਆਰ ਨਾਟ ਫਲੂਐਂਟ ਇਨ ਐਨੀ ਲੈਂਗੁਏਜ ਐਂਡ ਈਵਨ ਦੇ ਡੋਂਟ ਹੈਵ ਐਨੀ ਦੈਟ ਅਚੀਵਮੈਂਟ ਇਨ ਮੈਥਮੈਟਿਕਸ ਐਂਡ ਸਾਇੰਸਿਸ। ਤਾਂ ਫਿਰ ਇਹਦਾ ਕਾਰਨ ਪੁੱਛਿਆ ਗਿਆ ਵੀ ਹਾਂਜੀ ਇਸ ਤਰ੍ਹਾਂ ਕਿਉਂ ਹੈ, ਬੱਚਾ ਆਪਣਾ ਨਾਮ ਨਹੀਂ ਲਿਖ ਪਾ ਰਿਹਾ, 6th 'ਚ ਹੋ ਗਿਆ। ਤਾਂ ਫਿਰ ਇਹ ਪਤਾ ਲੱਗਿਆ ਕਿ ਕਿਉਂਕਿ ਉਹਨਾਂ ਉੱਤੇ ਟੈਸਟ ਦਾ ਪ੍ਰੈਸ਼ਰ ਨਹੀਂ ਹੈ, ਬੱਚਾ ਵੀ ਸੀਰੀਅਸ ਨਹੀਂ ਹੈ, ਟੀਚਰ ਵੀ ਸੀਰੀਅਸ ਨਹੀਂ ਹੈ, ਤਾਂ ਸਾਨੂੰ ਪ੍ਰੋਸੀਜਰ ਰਿਵਾਈਜ਼ ਕਰਨਾ ਪਿਆ। ਅਸੀਂ ਕਿਹਾ ਵੀ ਨਾਨ ਡਿਟੈਂਸ਼ਨ ਪਾਲਿਸੀ ਨਾਲ ਨਹੀਂ ਜਾਵਾਂਗੇ, ਇਹ ਨਹੀਂ ਹੈ ਕਿ ਵੀ ਆਰ ਗੋਇੰਗ ਟੂ ਪ੍ਰਮੋਟ ਐਵਰੀਵਨ। ਤਾਂ ਫਿਰ ਅਸੀਂ ਕਿਹਾ ਵੀ ਇਹਦੇ ਵਿੱਚ ਹੁਣ ਅਸੀਂ ਬੋਰਡ ਦਾ ਐਗਜ਼ਾਮ ਲਵਾਂਗੇ, ਬੋਰਡ ਦੇ ਐਗਜ਼ਾਮ ਦੇ ਵਿੱਚ ਅਸੀਂ ਉਹਨਾਂ ਨੂੰ ਗ੍ਰੇਡ ਮਾਰਕ ਕਰਾਂਗੇ, ਔਰ ਗ੍ਰੇਡ ਦੇ ਵਿੱਚ ਜਿਹੜਾ E ਤੇ F ਗ੍ਰੇਡ ਨਾਲ ਹੋਏਗਾ ਅਸੀਂ ਉਹਨਾਂ ਨੂੰ ਰਿਟੇਨ ਕਰ ਲਾਂਗੇ, ਐਂਡ ਵੀ ਵਿਲ ਪ੍ਰੋਵਾਈਡ ਦੈਮ 6 ਚਾਂਸਿਸ ਟੂ ਇੰਪਰੂਵ ਦੇਅਰ ਗ੍ਰੇਡ। ਅਤੇ ਜੇਕਰ ਉਹ ਆਪਣਾ ਗ੍ਰੇਡ ਇੰਪਰੂਵ ਕਰਕੇ D ਜਾਂ C 'ਚ ਚਲੇ ਜਾਂਦੇ ਆ ਤਾਂ ਫਿਰ ਅਸੀਂ ਉਸ ਨੂੰ ਅਗਲੀ ਕਲਾਸ 'ਚ ਪ੍ਰਮੋਟ ਕਰਾਂਗੇ। ਅਤੇ ਇਹਦਾ ਮਤਲਬ ਹੈ ਵੀ ਹੈਵ ਟੂ ਰਿਵਾਈਜ਼ ਦ ਪ੍ਰੋਸੀਜਰ। ਤਾਂ ਸਾਨੂੰ ਪ੍ਰੋਸੀਜਰ ਰਿਵਾਈਜ਼ ਕਰਨ ਲਈ ਵੀ ਐਵੀਡੈਂਸਿਸ ਮਿਲ ਜਾਂਦੀਆਂ ਨੇ, ਐਂਡ ਗੋਲਜ਼ ਇਨ ਲਾਈਟ ਆਫ ਜਜਮੈਂਟਸ। ਤਾਂ ਫਿਰ ਅਸੀਂ ਨਵੀਂ ਜਿਹੜੀ ਹੈ ਡਿਸੀਜਨ ਆਉਂਦਾ ਸਾਡੇ ਕੋਲ, ਜਾਂ ਜਿਹੜਾ ਅਸੀਂ ਨਵਾਂ ਜਿਹੜੀਆਂ ਐਵੀਡੈਂਸਿਸ 'ਤੇ ਬੇਸਿਸ ਆਪਣਾ ਜਜਮੈਂਟ ਲੈਂਦੇ ਹਾਂ, ਅਸੀਂ ਉਸ ਤੋਂ ਨਵੇਂ ਗੋਲ ਵੀ ਸੈੱਟ ਕਰਦੇ ਹਾਂ। ਇਹਦੇ ਨਾਲ ਕੀ ਹੁੰਦਾ ਕਿ ਅਸੀਂ ਹੈਲਪ ਕੀ ਕਰਦੇ ਹਾਂ, ਇੱਕ ਤਾਂ ਸਾਡਾ ਪ੍ਰੋਡਕਟ ਬੱਚਾ ਜਿਹੜਾ ਉਹ ਇੰਪਰੂਵ ਹੋ ਜਾਂਦਾ, ਉਹਦੀਆਂ ਲਰਨਿੰਗ ਸਕਿੱਲ ਇੰਪਰੂਵ ਹੋ ਜਾਂਦੀਆਂ, ਦੂਸਰਾ ਅਸੀਂ ਟੀਚਿੰਗ ਲਰਨਿੰਗ ਪ੍ਰੋਸੈਸ ਨੂੰ ਹੋਰ ਬੈਟਰ ਕਰ ਲੈਂਦੇ ਹਾਂ, ਅਤੇ ਤੀਸਰਾ ਹੈ ਐਜ਼ ਅ ਨੇਸ਼ਨ ਸਾਡੇ ਜਿਹੜੇ ਗੋਲ ਨੇ ਉਹ ਬੈਟਰ ਹੁੰਦੇ ਜਾਂਦੇ ਆ। ਪਹਿਲਾਂ ਜਦੋਂ ਅਸੀਂ ਕਹਿੰਦੇ ਸੀ ਕਿ 8th ਤੱਕ ਬੱਚਾ ਸਾਰਿਆਂ ਨੂੰ ਪਾਸ ਕਰਨਾ ਹੈ, 8th ਤੱਕ ਹੀ ਪਾਸ ਹੁੰਦੇ ਸੀ, 9th 'ਚ ਬੱਚੇ ਰਿਟੈਂਸ਼ਨ 'ਚ ਚਲੇ ਜਾਂਦੇ ਸੀ, ਸਕੂਲ ਨਹੀਂ ਕੰਟੀਨਿਊ ਕਰਦੇ ਸੀ, 10th ਤੋਂ ਬਾਅਦ +1 +2 ਵੀ ਨਹੀਂ ਕੰਟੀਨਿਊ ਕਰਦੇ ਸੀ, ਔਰ ਸਾਡੇ ਕੋਲ ਜਿਹੜੀ 10+2 ਦੇ ਵਿੱਚ ਜਿਹੜੀ ਡਰੋਪ ਆਊਟ ਰੇਟ ਸੀਗੀ ਉਹ 48% ਸੀ। ਇਹਦਾ ਮਤਲਬ 50% ਬੱਚੇ ਡਰੋਪ ਹੋ ਜਾਂਦੇ ਸੀ। ਕਾਰਨ ਕੀ ਸੀ? ਦੇ ਆਰ ਵੈਲ ਵਰਸ, ਉਹਨਾਂ ਨੂੰ ਅਵੇਅਰਨੈਸ ਹੁੰਦੀ ਸੀ ਕਿ ਅਸੀਂ ਹਾਇਰ ਐਜੂਕੇਸ਼ਨ ਨਹੀਂ ਲੈ ਸਕਦੇ ਕਿਉਂਕਿ ਵੀ ਡੋਂਟ ਹੈਵ ਦੈਟ ਲੈਵਲ ਆਫ ਅਟੇਨਮੈਂਟ, ਤਾਂ ਸਾਡੇ ਕੋਲ ਨਹੀਂ ਹੈ। ਫਿਰ ਜਦੋਂ ਅਸੀਂ ਪ੍ਰੋਸੈਸ ਇੰਪਰੂਵ ਕਰ ਦਿੱਤਾ, ਹੁਣ ਬੋਰਡ ਐਗਜ਼ਾਮ 5th 'ਚ ਵੀ ਲੈਣਾ ਸ਼ੁਰੂ ਕਰ ਦਿੱਤਾ, 8th 'ਚ ਵੀ ਲੈਣਾ ਸ਼ੁਰੂ ਕਰ ਦਿੱਤਾ, ਹੁਣ ਥੋੜ੍ਹਾ ਬੱਚੇ ਸੀਰੀਅਸ ਹੋ ਗਏ, ਨਾਓ ਦੇ ਆਰ ਵਿਦ ਦ ਰਿਫਾਈਨਡ ਸਕਿੱਲਸ। ਅਤੇ ਹੁਣ ਅਸੀਂ ਜਿਹੜੀ ਆਪਣਾ ਏਮ ਹੈ ਨੇਸ਼ਨ ਦਾ, ਉਹਨੂੰ ਕਹਿ ਦਿੱਤਾ ਯੂਨੀਵਰਸਲ ਐਜੂਕੇਸ਼ਨ। ਜੇ ਤੁਸੀਂ ਹੁਣ ਮੋਦੀ ਜੀ ਦੀ ਨਵੀਂ ਪਾਲਿਸੀ ਦੇਖੋ, ਨਵੀਂ ਪਾਲਿਸੀ ਜਿਹੜੀ ਆ ਰਹੀ ਹੈ ਵਿਜ਼ਨ 2020 ਜਿਹਨੂੰ ਇਹਨੂੰ ਕਹਿੰਦੇ ਆ, ਤਾਂ ਉਹ ਜਿਹੜਾ ਡਾਕੂਮੈਂਟ ਆਇਆ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ 17 ਸਾਲ ਤੱਕ ਬੱਚੇ ਨੂੰ ਫ੍ਰੀ ਐਜੂਕੇਸ਼ਨ ਦੇਵਾਂਗੇ ਔਰ 17 ਸਾਲ ਤੱਕ ਬੱਚਾ ਸਕੂਲ 'ਚ ਰਹੇਗਾ। ਤਾਂ ਇਹਦਾ ਮਤਲਬ ਹੈ ਹੁਣ ਅਸੀਂ ਯੂਨੀਵਰਸਲਾਈਜੇਸ਼ਨ ਆਫ ਸਕੂਲ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ, ਹੁਣ ਅਸੀਂ ਐਲੀਮੈਂਟਰੀ ਐਜੂਕੇਸ਼ਨ ਤੋਂ ਅੱਗੇ ਚਲੇ ਗਏ ਹਾਂ। ਤਾਂ ਅਸੀਂ ਆਪਣੇ ਗੋਲ ਵੀ ਰਿਵਾਈਜ਼ ਕਰਦੇ ਹਾਂ ਜਦੋਂ ਪ੍ਰੋਸੈਸ ਇੰਪਰੂਵ ਹੁੰਦੇ ਆ। ਇੰਨੀ ਕੁ ਗੱਲ ਸਮਝ ਆਈ ਹੈ ਕੀ ਕਿਹਾ ਮੈਂ? Yes, sir. ਅੱਛਾ, ਅੱਗੇ ਅਸੀਂ ਗੱਲ ਕਰਾਂਗੇ ਕਿ ਮੁਫਤ ਕੀ ਕਹਿੰਦੇ ਆ। ਉਹ ਕਹਿੰਦੇ ਆ ਕਿ ਕੰਟੀਨਿਊਸ ਪ੍ਰੋਸੈਸ ਹੈ, ਇਹਦਾ ਜਿਹੜਾ ਕੰਸਰਨ ਹੈ ਇਜ਼ ਵਿਦ ਦ ਡਿਵੈਲਪਮੈਂਟ ਆਫ ਇੰਡੀਵਿਜੂਅਲ ਇਨ ਟਰਮ ਆਫ ਡਿਜ਼ਾਇਰੇਬਲ ਬਿਹੇਵੀਅਰਲ ਚੇਂਜਸ। ਅਸੀਂ ਕਹਿੰਦੇ ਹਾਂ ਡਿਜ਼ਾਇਰੇਬਲ ਬਿਹੇਵੀਅਰਲ ਚੇਂਜਸ ਨੂੰ ਅਸੀਂ ਕਹਿੰਦੇ ਹਾਂ ਵੀ ਐਵਰੀ ਪਰਸਨ ਹੈਜ਼ 3 ਡੋਮੇਨਸ, ਅਤੇ ਅਸੀਂ ਉਹਦੀ ਓਵਰਆਲ ਪਰਸਨੈਲਿਟੀ ਚੇਂਜ ਕਰਨਾ ਚਾਹੁੰਦੇ ਹਾਂ। ਤਾਂ ਅਸੀਂ ਉਹਦੇ ਵਿੱਚ ਜਿਹੜੀ ਓਵਰਆਲ ਡਿਵੈਲਪਮੈਂਟ ਵਾਸਤੇ ਜਿਸ ਤਰ੍ਹਾਂ ਦੀਆਂ ਮਿਨੀਮਮ ਜਿਹੜੀਆਂ ਚੇਂਜਸ ਅਸੀਂ ਕਹਿੰਦੇ ਹਾਂ ਕਿ ਨੈਸੈਸਰੀ ਨੇ ਆਫਟਰ ਅਟੇਨਿੰਗ ਆ ਪਰਟੀਕੂਲਰ ਲੈਵਲ ਆਫ ਟਰੀਟਮੈਂਟ। ਮੰਨ ਲਓ 5th ਤੱਕ ਪੜ੍ਹਿਆ, ਉਹਨੂੰ ਕੀ ਆਉਣਾ ਚਾਹੀਦਾ, 8th ਤੱਕ ਪੜ੍ਹਿਆ ਉਹਦੇ 'ਚ ਕਿੰਨੀਆਂ ਸਕਿੱਲਸ ਹੋਣੀਆਂ ਚਾਹੀਦੀਆਂ, ਮੈਟ੍ਰਿਕ ਤੱਕ ਕੀ ਸਕਿੱਲ ਹੋਣੀਆਂ ਚਾਹੀਦੀਆਂ। ਤਾਂ ਅਸੀਂ ਉਹ ਬਿਹੇਵੀਅਰਲ ਚੇਂਜਸ ਦੀ ਗੱਲ ਕਰਦੇ ਹਾਂ ਕਿ ਉਹ ਚੇਂਜਸ ਆ ਜਾਣ। ਇਨ ਰਿਲੇਸ਼ਨ ਟੂ ਫੀਲਿੰਗ ਐਂਡ ਐਕਸ਼ਨ, ਅਸੀਂ ਅਗਲੀ ਗੱਲ ਵੀ ਕਹਿ ਦਿੱਤਾ ਕਿ ਜਿਹੜਾ ਐਕਸਪ੍ਰੈਸ਼ਨ ਹੈ ਉਹਦੀ ਗੱਲ, ਅਤੇ ਜਿਹੜੀਆਂ ਉਹਦੀਆਂ ਸਕਿੱਲਸ ਨੇ। ਸਕਿੱਲਸ ਦਾ ਮਤਲਬ ਕੀ ਹੈ ਕਿ ਜਿਵੇਂ ਅਸੀਂ ਪਹਿਲਾਂ ਕਿਹਾ ਕਮਿਊਨੀਕੇਸ਼ਨ ਸਕਿੱਲਸ ਜਾਂ ਉਹਦੀਆਂ ਜਿਹੜੀਆਂ ਬਾਕੀ ਪਰਫਾਰਮਿੰਗ ਸਕਿੱਲਸ ਨੇ ਉਹ ਵੀ ਬੈਟਰ ਹੋ ਜਾਣੀਆਂ ਚਾਹੀਦੀਆਂ। ਇਹਦਾ ਮਤਲਬ ਹੈ ਸਾਰਾ ਕੁਝ ਸਾਨੂੰ ਦੇਖਣਾ ਹੈ। ਬਿਹੇਵੀਅਰਲ ਚੇਂਜਸ ਦਾ ਮਤਲਬ ਹੈ ਕਗਨੇਟਿਵ ਡੋਮੇਨ, ਫੀਲਿੰਗ ਦਾ ਮਤਲਬ ਹੈ ਕਨੇਟਿਵ ਡੋਮੇਨ, ਔਰ ਐਕਸ਼ਨ ਦਾ ਮਤਲਬ ਹੈ ਸਾਈਕੋਮੋਟਰ ਡੋਮੇਨ। ਤਾਂ ਸਾਨੂੰ ਉਹਨਾਂ ਸਾਰਿਆਂ 'ਚ ਚੇਂਜਸ ਦੀ ਗੱਲ ਹੈ, ਐਂਡ ਦੈਨ ਦ ਫਾਰਮਲ ਅਕੈਡਮਿਕ ਅਚੀਵਮੈਂਟ ਆਫ ਦ ਸਟੂਡੈਂਟ। ਤਾਂ ਓਵਰਆਲ ਫਿਰ ਅਸੀਂ ਦੇਖਦੇ ਹਾਂ ਕਿ ਜੇ ਅਸੀਂ ਸਿਰਫ ਅਕੈਡਮਿਕ ਅਚੀਵਮੈਂਟ ਦੇਖੀਏ, ਉਹਦੇ ਨਾਲੋਂ ਵੀ ਜ਼ਿਆਦਾ ਅਸੀਂ ਇਸ ਚੀਜ਼ 'ਤੇ ਧਿਆਨ ਦੇ ਰਹੇ ਹਾਂ ਕਿ ਪਰਸਨ ਜਿਹੜਾ ਹੈ ਉਹ ਬਿਹੇਵੀਅਰਲੀ ਕਿੰਨਾ ਬੈਟਰ ਹੋਇਆ ਹੈ, ਉਹਦਾ ਫੀਲਿੰਗ ਕਿੰਨੀ ਬੈਟਰ ਹੋਈ ਹੈ, ਉਹਦਾ ਇਮੋਸ਼ਨ ਕਿੰਨਾ ਬੈਟਰ ਹੋਇਆ ਹੈ, ਉਹਦੇ ਐਟੀਕੇਟਸ ਕਿੰਨੇ ਇੰਪਰੂਵ ਹੋਏ ਨੇ, ਉਹਦਾ ਵੈਲਿਊ ਸਿਸਟਮ ਕਿੰਨਾ ਰਿਫਾਈਨ ਹੋਇਆ ਹੈ, ਉਹਦੀ ਸਕਿੱਲ ਐਫੀਸ਼ੀਐਂਸੀ ਕਿੰਨੀ ਬੈਟਰ ਹੋਈ ਹੈ। ਤਾਂ ਇਹਦਾ ਮਤਲਬ ਹੈ ਇੱਥੇ ਅਕੈਡਮਿਕਸ ਨਾਲੋਂ ਵੀ ਜ਼ਿਆਦਾ ਵੇਟੇਜ ਦੂਸਰੀਆਂ ਦੋਨੋਂ ਡੋਮੇਨਸ ਦੀ ਹੈ। ਤਾਂ ਇਹ ਗੱਲ ਇਹਦੇ ਵਿੱਚ ਹੋ ਰਹੀ ਹੈ। ਅਗਲੀ ਗੱਲ ਅਸੀਂ ਦੇਖਦੇ ਹਾਂ, ਕਠਾਰੀ ਕਮਿਸ਼ਨ ਨੇ ਇਸ ਨੂੰ ਹੋਰ ਸਿਮਿਲਰ ਹੀ ਢੰਗ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਥੋੜ੍ਹਾ ਜਿਹਾ ਚੇਂਜ ਕੀਤਾ। ਉਹ ਕਹਿੰਦੇ ਆ
ਕਿ ਇੱਕ ਤਾਂ ਐਵੈਲੂਏਸ਼ਨ ਸਿਸਟਮ ਕੋਈ ਆਊਟਸਾਈਡ ਪ੍ਰੋਸੈਸ ਨਹੀਂ ਹੈ, ਇਟ ਇਜ਼ ਅ ਇੰਟੀਗਰਲ ਪਾਰਟ ਆਫ ਐਜੂਕੇਸ਼ਨ ਸਿਸਟਮ, ਇਟ ਇਜ਼ ਅ ਪਾਰਟ ਆਫ ਟੀਚਿੰਗ ਲਰਨਿੰਗ ਪ੍ਰੋਸੈਸ। ਉਹ ਕਹਿੰਦੇ ਟੀਚਿੰਗ ਲਰਨਿੰਗ ਹੀ ਨਹੀਂ ਹੈ, ਇਸ ਸ਼ਬਦ ਨੂੰ ਬਦਲ ਦੇਣਾ ਚਾਹੀਦਾ, ਟੀਚਿੰਗ ਲਰਨਿੰਗ ਐਂਡ ਐਵੈਲੂਏਸ਼ਨ ਪ੍ਰੋਸੈਸ। ਅਸਲ 'ਚ ਅਸੀਂ ਹੁਣ ਤੱਕ ਸਿਰਫ ਇੱਕੋ ਹੀ ਗੱਲ ਕਰਦੇ ਆ ਰਹੇ ਹਾਂ, ਜੇ ਟੀਚਿੰਗ ਲਰਨਿੰਗ ਪ੍ਰੋਸੈਸ ਹੁੰਦਾ ਇਹਦਾ ਮਤਲਬ ਹੈ ਟੀਚਰ ਟੀਚ ਕਰਦਾ, ਸਟੂਡੈਂਟ ਲਰਨ ਕਰ ਲੈਂਦਾ, ਐਂਡ ਦੇਰ ਇਜ਼ ਨੋ ਵੇਟੇਜ ਫਾਰ ਐਵੈਲੂਏਸ਼ਨ। ਤਾਂ ਉਹ ਕਹਿੰਦੇ ਕਿ ਨਹੀਂ, ਇਟ ਇਜ਼ ਇੰਟੀਗਰਲ ਪਾਰਟ। ਇਹ ਨਾ ਸਮਝੋ ਕਿ ਸ਼ਬਦ ਨਹੀਂ ਆਇਆ ਐਵੈਲੂਏਸ਼ਨ ਤਾਂ ਇਹਦਾ ਮਤਲਬ ਐਵੈਲੂਏਸ਼ਨ ਇਜ਼ ਨਾਟ ਅ ਪਾਰਟ ਐਂਡ ਆਫ ਦ ਪ੍ਰੋਸੈਸ ਆਫ ਟ੍ਰੇਨਿੰਗ। ਉਹ ਕਹਿੰਦੇ ਐਵੈਲੂਏਸ਼ਨ ਇਜ਼ ਇੰਟੀਗਰਲ ਪਾਰਟ ਐਂਡ ਇਜ਼ ਇੰਟੀਮੇਟਲੀ ਰਿਲੇਟਡ ਟੂ ਦਾ ਆਬਜੈਕਟਿਵਸ। ਅਸੀਂ ਕਹਿੰਦੇ ਹਾਂ ਜੋ ਐਜੂਕੇਸ਼ਨਲ ਆਬਜੈਕਟਿਵ ਸੈੱਟ ਕੀਤੇ ਆ ਉਹਨਾਂ ਨੂੰ ਕਿਵੇਂ ਪ੍ਰਾਪਤ ਕਰਾਂਗੇ, ਇਹ ਇਸੇ ਤੋਂ ਬੇਸ 'ਤੇ ਸਾਨੂੰ ਜਿਹੜਾ ਹੈ ਪਤਾ ਚੱਲੇਗਾ। ਫਿਰ ਉਹ ਕਹਿੰਦੇ ਆ ਕਿ ਟੈਕਨੀਕਸ ਜਿਹੜੀਆਂ ਨੇ ਆਰ ਮੀਨ ਟੂ ਕਲੈਕਟਿੰਗ ਐਵੀਡੈਂਸਿਸ, ਜਿਹੜੀਆਂ ਵੀ ਡਿਫਰੈਂਟ ਟੈਕਨੀਕਸ ਲਗਾਵਾਂਗੇ ਉਹਦੇ 'ਚੋਂ ਅਸੀਂ ਡਾਟਾ ਕਲੈਕਟ ਕਰਾਂਗੇ ਅਬਾਊਟ ਦਾ ਸਟੂਡੈਂਟ ਡਿਵੈਲਪਮੈਂਟ ਐਂਡ ਡਿਜ਼ਾਇਰੇਬਲ ਡਾਇਰੈਕਸ਼ਨ। ਜਿਹੜੇ ਅਸੀਂ ਗੋਲ ਸੈੱਟ ਕੀਤੇ ਸੀ ਕਿ ਉਹ ਅਚੀਵ ਕਰ ਪਾ ਰਹੇ ਹਾਂ, ਇਹਦੇ ਲਈ ਸਾਨੂੰ ਐਵੈਲੂਏਸ਼ਨ ਸਿਸਟਮ ਜਿਹੜਾ ਹੈ ਉਸ ਨੂੰ ਲਾਗੂ ਕਰਨਾ ਪਏਗਾ। NCERT ਇਸ ਨੂੰ ਹੋਰ ਢੰਗ ਨਾਲ ਕਹਿੰਦੀ ਹੈ, ਉਹ ਕਹਿੰਦੀ ਐਵੈਲੂਏਸ਼ਨ ਇਜ਼ ਐਨੀ ਸਿਸਟਮੈਟਿਕ ਕੰਟੀਨਿਊਸ ਪ੍ਰੋਸੈਸ ਆਫ ਡਿਟਰਮਾਈਨਿੰਗ ਦ ਐਕਸਟੈਂਟ ਟੂ ਵਿਚ ਸਪੈਸੀਫਿਕ ਐਜੂਕੇਸ਼ਨਲ ਆਬਜੈਕਟਿਵ ਪ੍ਰੀਵੀਅਸਲੀ ਆਈਡੈਂਟੀਫਾਈਡ ਐਂਡ ਡਿਫਾਈਨਡ ਆਰ ਅਟੇਨਡ। ਪਹਿਲਾਂ ਇਹ ਦੱਸਣਾ ਹੈ, ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨੇ ਐਜੂਕੇਸ਼ਨਲ ਆਬਜੈਕਟਿਵ ਅਟੇਨ ਕਰ ਲਏ ਹਨ। ਜਿਵੇਂ ਅਸੀਂ 2009 'ਚ ਐਜ਼ ਅ ਨੇਸ਼ਨ ਇਹ ਆਬਜੈਕਟਿਵ ਸੈੱਟ ਕੀਤਾ ਸੀ ਕਿ ਵੀ ਵਾਂਟ enroll 100% ਸਟੂਡੈਂਟ ਇਨ ਪ੍ਰਾਇਮਰੀ ਸਕੂਲਸ। ਉਹ ਕਹਿੰਦੇ ਆ ਕਿ ਰਾਈਟ ਟੂ ਐਜੂਕੇਸ਼ਨ ਫ੍ਰੀ ਦੇ ਰਹੇ ਹਾਂ 10 ਸਾਲਾਂ ਦੇ ਵਿੱਚ ਸਾਰੇ ਬੱਚਿਆਂ ਨੂੰ। 2017 ਤੱਕ ਉਹ ਕਹਿੰਦੇ ਅਸੀਂ 100% ਇਨਰੋਲਮੈਂਟ ਕਰਾਂਗੇ, ਮਤਲਬ ਹਰ ਬੱਚਾ ਜੋ 3 ਸਾਲ ਦਾ ਹੋਏਗਾ ਸਕੂਲ 'ਚ ਹੀ ਹੋਏਗਾ। ਹਾਲਾਂਕਿ ਪੋਸੀਬਲ ਨਹੀਂ ਹੋ ਪਾਇਆ, ਪਰ ਫਿਰ ਵੀ ਅਸੀਂ ਐਫਰਟ ਕਰ ਰਹੇ ਹਾਂ। ਅਗਲੀ ਗੱਲ ਹੈ ਕਿ ਇਫੈਕਟਿਵਨੈਸ ਆਫ ਦਾ ਲਰਨਿੰਗ ਐਕਸਪੀਰੀਅੰਸ ਪ੍ਰੋਵਾਈਡਡ ਇਨ ਦਾ ਕਲਾਸਰੂਮ। ਉਹ ਕਹਿੰਦੇ ਅਸੀਂ ਅਟੇਨਮੈਂਟ ਦੇਖਾਂਗੇ ਕਿਸ ਤਰ੍ਹਾਂ ਦੀ ਹੋ ਰਹੀ ਹੈ, ਐਂਡ ਹਾਊ ਵੈਲ ਦਾ ਗੋਲਸ ਆਫ ਐਜੂਕੇਸ਼ਨ ਹੈਵ ਬੀਨ ਅਕੰਪਲਿਸ਼ਡ, ਅਸੀਂ ਕਿੰਨਾ ਅਚੀਵ ਕਰ ਪਾਏ ਹਾਂ। ਤਾਂ ਇਸ ਲਈ ਐਵੈਲੂਏਸ਼ਨ ਸਿਸਟਮ ਸਾਨੂੰ ਇੱਕ ਮੈਜ਼ਰਿੰਗ ਰਾਡ ਦੇ ਤੌਰ 'ਤੇ ਦੱਸਦਾ ਅਸੀਂ ਕਿੰਨਾ ਸਕਸੈਸਫੁਲ ਹੋਏ। ਲਾਸਟ ਡੈਫੀਨੇਸ਼ਨ ਹੈ ਜਿਹੜੀ ਉਹ ਇੰਡੀਅਨ ਐਜੂਕੇਸ਼ਨ ਕਮਿਸ਼ਨ ਦੀ ਹੈ, ਉਹ ਵੀ ਇਸ ਨੂੰ ਉਸੇ ਤਰ੍ਹਾਂ ਨਾਲ ਦੱਸਦੇ ਆ ਕਿ ਐਜੂਕੇਸ਼ਨ ਇੰਟੀਗਰਲ ਪਾਰਟ ਹੈ, ਅਲਟੀਮੇਟਲੀ ਇਹ ਆਬਜੈਕਟਿਵ ਨੂੰ ਅਟੇਨ ਕਰਨ ਦਾ ਹੈ। ਇਟ ਇਜ਼ ਐਨ ਐਕਸਰਸਾਈਜ਼, ਇਟ ਐਕਸਰਸਾਈਜ਼ ਅ ਗ੍ਰੇਟ ਇਨਫਲੂਐਂਸ ਔਨ ਦਾ ਪੀਪਲਸ ਸਟੱਡੀ ਹੈਬਿਟਸ। ਉਹ ਕਹਿੰਦੇ ਆ ਕਿ ਇੱਕ ਤਾਂ ਬੱਚੇ ਨੂੰ ਪ੍ਰਭਾਵਿਤ ਕਰੇਗਾ ਕਿਉਂਕਿ ਉਹਨੂੰ ਫੀਡਬੈਕ ਦੇਗਾ, ਉਹ ਆਪਣੀ ਲਰਨਿੰਗ ਹੈਬਿਟਸ ਨੂੰ ਚੇਂਜ ਕਰੇਗਾ। ਦੂਸਰੇ ਪਾਸੇ ਉਹ ਕਹਿੰਦਾ ਦਾ ਟੀਚਰਸ ਮੈਥਡਸ ਆਫ ਇੰਸਟਰਕਸ਼ਨ, ਟੀਚਰ ਨੂੰ ਅਵੇਅਰ ਕਰੇਗਾ ਕਿ ਉਹਦੇ ਬੱਚੇ ਕਿਉਂ ਅੱਛਾ ਨਹੀਂ ਕਰ ਪਾ ਰਹੇ ਜਾਂ ਕਿਉਂ ਅੱਛਾ ਕਰ ਪਾ ਰਹੇ ਆ। ਜੇਕਰ ਉਹਨੂੰ ਕੋਈ ਮੈਥਡ ਚੇਂਜ ਕਰਨ ਦੀ ਲੋੜ ਹੈ ਤਾਂ ਉਹਦੇ ਲਈ ਕੰਮ ਕਰੇਗਾ। ਐਂਡ ਦਸ ਦਾ ਹੈਲਪ ਨਾਟ ਓਨਲੀ ਟੂ ਮੈਜ਼ਰ ਦਾ ਐਜੂਕੇਸ਼ਨਲ ਅਚੀਵਮੈਂਟਸ ਬਟ ਆਲਸੋ ਟੂ ਇੰਪਰੂਵ ਦਾ ਸਿਸਟਮ। ਉਹ ਕਹਿੰਦੇ ਆ ਕਿ ਅਸੀਂ ਇਹਦੇ ਵਿੱਚ 3 ਏਮ ਲੈ ਕੇ ਚੱਲਦੇ ਹਾਂ। ਤਾਂ ਜੇਕਰ ਇਹ ਸਾਰੇ ਕੁਝ ਨੂੰ ਅਸੀਂ ਸਮ ਅਪ ਕਰੀਏ, ਤੁਸੀਂ ਕੀ ਕਹੋਗੇ कि ਕੀ है एवेलुएशन? फिर अगली गल सर, इसमें ये बताया गया है कि इवैल्यूएशन एक कंटिन्यूस प्रोसेस है जिसमें जो टीचिंग लर्निंग प्रोसेस से बहुत क्लोजली इंटर रिलेटेड है, जो एक एजुकेशन का एक इंटीग्रल पार्ट है। और इसमें सर ये बताया गया है कि वो जैसे कंटिन्यूस है, जैसे मैंने पहले ही बोला, it is a continuous process to ascertain the degree of achievement of the child as well as the level of attainment of the educational goal as well as the need to improve the methods and techniques of teaching। ਤਾਂ ਇਹਦਾ ਮਤਲਬ ਹੈ 3 ਏਮ ਅਸੀਂ ਲੈ ਕੇ ਚੱਲਦੇ ਹਾਂ। ਸਿਸਟਮ ਨੂੰ ਅੱਛਾ ਕਰਨਾ ਹੈ, ਗੋਲ ਨੂੰ ਰਿਵਾਈਜ਼ ਕਰਨਾ ਹੈ ਤੇ ਬੱਚੇ ਦੀ ਜਿਹੜੀ ਹੈ ਅਟੇਨਮੈਂਟ ਡਿਗਰੀ ਚੈੱਕ ਕਰਨੀ ਹੈ। ਓਕੇ ਵੀ? यस ਤਾਂ ਸਮ ਅਪ ਹੋ ਗਿਆ। ਅਸੀਂ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਕਿ ਨੀਡ ਕੀ ਹੈ। ਹੁਣ ਇਹ ਤੁਸੀਂ ਡਿਸਕਸ ਕਰਨਾ ਹੈ। ਮੈਂ ਬੜਾ ਅੱਛਾ ਲਿਖਿਆ ਹੋਇਆ, ਕੌਣ ਕੌਣ ਐਲੈਬੋਰੇਟ ਕਰੇਗਾ? 2 ਹੈਡਿੰਗ ਸਾਰੇ ਜਣੇ ਐਲੈਬੋਰੇਟ ਕਰਨਗੇ। ਇੰਨੇ ਹੀ ਬੱਚੇ ਆ, ਇੰਨੇ ਹੀ ਸਾਡੀ। First point है helpful in improvement of educational process. Evaluation provides a clear picture of all these elements and activities of teacher learning process. This information helps in bring about appropriate changes in them, which ultimately results in improvement of education process. जो evaluation है वो education process में helpful करती है। ये सारे clear elements ਮਤਲਬ ਇਹ ਸਾਨੂੰ ਇੱਕ ਤਰ੍ਹਾਂ ਨਾਲ ਸੈਂਸਿਟਾਈਜ਼ ਕਰਾਉਂਦੀ ਹੈ ਕਿਹਦੇ ਬਾਰੇ 'ਚ? ਆਲ ਦਾ ਐਲੀਮੈਂਟਸ ਐਂਡ ਐਕਟੀਵਿਟੀ ਆਫ ਟੀਚਿੰਗ ਲਰਨਿੰਗ ਪ੍ਰੋਸੈਸ। ਐਲੀਮੈਂਟਸ ਕਿਵੇਂ ਹੁੰਦੇ ਆ? ਪ੍ਰੋਸੈਸ ਦੇ ਐਲੀਮੈਂਟ 3 ਹੁੰਦੇ ਆ। ਇਨਪੁਟ ਆਊਟਪੁੱਟ ਵਾਲੇ ਪ੍ਰੋਸੈਸ ਦੇ ਵਿੱਚ ਇਨਪੁੱਟ 'ਚ ਅਸੀਂ ਕੀ ਲੈ ਕੇ ਆਉਂਦੇ ਹਾਂ? ਇਨਪੁੱਟ 'ਚ ਸਾਡੇ ਕੋਲ ਬੱਚਾ ਹੈ, ਐਲੀਮੈਂਟ ਦੇ ਵਿੱਚ ਬੱਚਾ ਹੈ, এনवायरमेंट ਹੈ ਤੇ ਮੈਥਡ ਹੈ, ਜਾਂ ਜਿਹਨੂੰ ਕੰਟੈਂਟ ਆਖਦੇ ਆ। ਤਾਂ ਇਹਦਾ ਮਤਲਬ ਹੈ ਅਸੀਂ ਜਿੰਨੇ ਐਲੀਮੈਂਟਸ ਇਹਦੇ 'ਚ ਇਨਵੋਲਵ ਨੇ
ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਉਹ ਸਾਰੇ ਐਲੀਮੈਂਟਸ ਨੂੰ ਸਟੱਡੀ ਕਰਨਾ ਹੈ ਕਿ ਸਾਡਾ ਕਰਿਕੂਲਮ ਅੱਛਾ ਬਣਿਆ ਜਾਂ ਅਸੀਂ ਉਸ ਨੂੰ ਐਪਰੋਪ੍ਰੀਏਟ ਏਜ 'ਚ ਸਕੂਲ 'ਚ ਲੈ ਆਏ ਹਾਂ। ਔਰ ਉਸ ਤੋਂ ਬਾਅਦ ਐਕਟੀਵਿਟੀ ਨੇ, ਐਕਟੀਵਿਟੀ ਦੇ ਵਿੱਚ ਹੈ ਮੈਥਡ ਜਿਹੜੇ ਅਸੀਂ ਐਕਸਪੀਰੀਅੰਸ ਬੱਚੇ ਨੂੰ ਪ੍ਰੋਵਾਈਡ ਕਰਨੇ ਹੈਗੇ ਆ। ਤਾਂ ਅਸੀਂ ਇਹਨਾਂ ਸਾਰਿਆਂ ਦੀ ਕਲੀਅਰ ਪਿਕਚਰ ਲੈਂਦੇ ਹਾਂ ਕਿ ਕਿੱਥੇ ਡੈਫੀਸ਼ੀਐਂਸੀ ਹੈ ਜਾਂ ਕਿੱਥੇ ਅਸੀਂ ਐਫੀਸ਼ੀਐਂਸੀ ਨਾਲ ਕਿੰਨੇ ਲੈਵਲ ਅਟੇਨ ਕਰ ਪਾ ਰਹੇ ਹਾਂ। ਅਗਲੀ ਗੱਲ ਉਹ ਕਰਦੇ ਆ ਕਿ ਇਹਦਾ ਏਮ ਕੀ ਰਹਿੰਦਾ ਹੈ, ਅਸੀਂ ਐਲੀਮੈਂਟ ਨੂੰ ਕਿਉਂ ਚੈੱਕ ਕਰ ਰਹੇ ਹਾਂ, ਐਕਟੀਵਿਟੀ ਨੂੰ ਕਿਉਂ ਐਵੈਲੂਏਟ ਕਰ ਰਹੇ ਹਾਂ। ਅਸੀਂ ਐਲੀਮੈਂਟਸ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਕਿ ਸਾਡਾ ਕਲਾਸਰੂਮ ਕੀ ਸਾਈਜ਼ ਦੇ ਅਕੋਰਡਿੰਗ, ਕਲਾਸ ਸਾਈਜ਼ ਦੇ ਅਕੋਰਡਿੰਗ, ਨੰਬਰ ਆਫ ਸਟੂਡੈਂਟਸ ਦੇ ਅਕੋਰਡਿੰਗ ਐਪਰੋਪ੍ਰੀਏਟ ਹੈ ਕਿ ਨਹੀਂ ਹੈ। ਮੰਨ ਲਓ 60 ਸਟੂਡੈਂਟ ਨੇ, 40 ਡੈਸਕ ਨੇ। ਤੁਸੀਂ ਦੇਖਿਆ ਹੋਏਗਾ ਬਹੁਤ ਸਾਰੇ ਸਕੂਲਾਂ 'ਚ ਐਵੇਂ ਹੁੰਦਾ ਕਿ 40 ਡੈਸਕ ਨੇ, 60 ਸਟੂਡੈਂਟ ਨੇ, ਇੱਕ ਡੈਸਕ 'ਤੇ 5 ਬੈਠੇ ਆ, ਇੱਕ ਦੂਸਰੇ ਖੜੇ ਹੀ ਹੈ, 2 ਤਾਂ ਖੜੇ ਹੀ ਹੈ, ਦੋ ਕਦੇ ਘਸੁੰਨ ਮਾਰ ਕੇ ਕੋਈ ਬੈਠ ਜਾਂਦਾ, ਦੂਸਰਾ ਖੜਾ ਹੋ ਜਾਂਦਾ। ਤਾਂ ਕੀ ਉਹ ਇਨਵਾਇਰਮੈਂਟ ਅੱਛਾ ਦੇ ਪਾ ਰਹੇ ਆ? ਨਹੀਂ ਦੇ ਪਾ ਰਹੇ। ਅਗਲੀ ਗੱਲ ਹੈ ਕਿ ਸਾਡੇ ਕੋਲ ਇਨਪੁਟ ਪ੍ਰੋਸੈਸ ਦੇ ਵਿੱਚ ਟੀਚਰ ਅਤੇ ਮੈਥਡਸ ਦੀ ਗੱਲ ਹੋਈ ਹੈ। ਅਸੀਂ ਕੀ ਸਰਕਾਰੀ ਸਕੂਲ 'ਚ ਜਾ ਕੇ ਦੇਖੀਏ, ਅੱਜ ਵੀ ਸਾਡੇ ਐਲੀਮੈਂਟਰੀ ਸਕੂਲ ਪਿੰਡਾਂ 'ਚ ਨੇ, 5 ਕਲਾਸਾਂ ਦੀ ਇੱਕ ਟੀਚਰ ਹੈ। 5 ਕਲਾਸਾਂ ਦੇ ਹਰ ਕਲਾਸ 'ਚ 7 ਸਬਜੈਕਟ ਨੇ, 35 ਸਬਜੈਕਟ ਉਹ ਰੋਜ਼ ਪੜ੍ਹਾਉਂਦਾ। 6 ਘੰਟੇ 'ਚੋਂ 35 ਸਬਜੈਕਟ ਪੜ੍ਹਾਉਂਦਾ। ਇਜ਼ ਇਟ ਪੋਸੀਬਲ? ਕੀ ਅਸੀਂ ਉਸ ਦੀ ਕਲੀਅਰ ਐਵੈਲੂਏਸ਼ਨ ਪ੍ਰੋਸੈਸ 'ਚ ਪਿਕਚਰ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਿਊਪਲ ਟੀਚਰ ਰੇਸ਼ੋ ਐਪਰੋਪ੍ਰੀਏਟ ਹੈ, ਕਿ ਕਲਾਸਰੂਮ ਜਿਹੜਾ ਇਨਫਰਾਸਟਰਕਚਰ ਹੈ ਐਪਰੋਪ੍ਰੀਏਟ ਹੈ, ਉਹ ਇਨਪੁਟ ਐਲੀਮੈਂਟ ਹੋ ਗਏ। ਬੱਚਾ ਕੀ ਸਾਰੇ ਬੱਚੇ ਸਕੂਲ 'ਚ ਆ ਰਹੇ ਆ ਕਿ ਨਹੀਂ ਆ ਰਹੇ? ਜੇ ਆ ਰਹੇ ਆ ਕਿ ਸਾਰੇ ਰਿਟੇਨ ਕਰ ਪਾ ਰਹੇ ਹਾਂ? ਜੇ ਡਰੋਪ ਆਊਟ ਹੋ ਰਹੀ ਹੈ ਤਾਂ ਕਿਉਂ ਹੋ ਰਹੀ ਹੈ? ਜੇ ਵੇਸਟੇਜ, ਜੇ ਬੱਚਾ ਫੇਲ ਹੋ ਰਿਹਾ ਤਾਂ ਕਿਉਂ ਹੋ ਰਿਹਾ? ਤਾਂ ਅਸੀਂ ਉਸ ਐਲੀਮੈਂਟਸ ਦੀ ਗੱਲ ਕਰਦੇ ਹਾਂ। ਉਸ ਤੋਂ ਬਾਅਦ ਐਕਟੀਵਿਟੀਜ਼ ਕਿਹੜੀਆਂ ਕਰਵਾ ਰਹੇ ਹਾਂ, ਬੱਚੇ ਨੂੰ ਐਕਸਪੋਜ਼ਰ ਕਿਸ ਤਰ੍ਹਾਂ ਦਾ ਦੇ ਰਿਹਾ, ਅਸੀਂ ਉਸ ਦੇ ਵਿੱਚ ਕੋਈ ਚੇਂਜ ਲਿਆਉਣ ਦੀ ਲੋੜ ਹੈ ਕਿ ਜ਼ਰੂਰਤ ਪਏਗੀ, ਤਾਂ ਅਸੀਂ ਉਸ ਨੂੰ ਦੇਖਣਾ ਹੈ। ਕਿ ਜਿਵੇਂ ਅਸੀਂ ਕਿਹਾ ਵੀ ਪਹਿਲਾਂ ਸੀਗਾ ਨੋਨ ਡਿਟੈਂਸ਼ਨ ਪਾਲਿਸੀ, ਅਸੀਂ ਐਗਜ਼ਾਮ ਕਰਵਾਉਣੇ ਹੀ ਨਹੀਂ। ਹੁਣ ਅਸੀਂ ਕਿ ਐਗਜ਼ਾਮ ਕਰਵਾਉਣੇ ਆ ਕਿਉਂਕਿ ਬੱਚੇ ਦੀਆਂ ਲਰਨਿੰਗ ਸਕਿੱਲਸ ਜਿਹੜੀਆਂ ਨੇ ਉਹ ਫਾਲ ਕਰ ਰਹੀਆਂ। ਤਾਂ ਅਗਲੀ ਗੱਲ ਸ੍ਰਿਸ਼ਟੀ, क्लासिफिकेशन ऑफ स्टूडेंट्स, ये तो हम समझाएंगी तो ये तो बहुत इजी है। यस सर, यूजफुल इन क्लासिफिकेशन ऑफ स्टूडेंट्स, इसमें सर ये बताया कि जब हम इवैल्यूएशन करते हैं तो हमें स्टूडेंट्स के पता चलता है वो कहाँ पर स्टैंड करते हैं, उनके अचीवमेंट्स के बारे में पता लगता है, उनकी स्किल्स, वो कैसे काम करें, उनके बिहेवियर, सारे एटीट्यूड जैसे आपने बताया। तो फिर हम उनको क्लासिफाई कर सकते हैं कि बच्चा कहाँ पे लैक कर रहा है। फिर जब हम उनके स्ट्रेंथ के बारे में हमें पता लग जाएगा तो हम उनके स्ट्रेंथ को और अच्छे से कर सकते हैं। वीकनेस कम तो नहीं की जा सकती, बट हाँ उसमें थोड़ा सा वर्क करके उसको ठीक किया जा सकता है। नहीं, वीकनेस कम क्यों नहीं की जा सकती? we assist, we help the student. Aim of evaluation is to assist the student to overcome the weakness. मान लो कोई मेरे वर्गा बच्चा है तो उसकी प्रोनाउंसिएशन अच्छी नहीं है, मतलब कि ये बहुत बड़ा बैरीयर है क्योंकि बच्चे का कॉन्फिडेंस लैवल ब्रेक करता है, ये बच्चे के इनिशिएशन ब्रेक करता है। मान लो उसकी इंग्लिश अच्छी नहीं है तो डिबेट है तो वो बच्चा कदे इनिशिएशन नहीं लेगा क्योंकि ही इज़ अवेयर अबाउट कि मैनू मेरी कम्युनिकेशन अच्छी नहीं है, आई डोंट हैव दैट प्रोनाउंसिएशन स्किल्स, तो वीक रहेगा। कि असी उत्थे असिस्ट करके उसनू ओवरकम करने च हैल्प नहीं कर सकते? क्यों नहीं दूर होंगी वीकनेस? कम्युनिकेशन वीकनेस होएगी, बट वी आर लैकिंग इन दैट ट्रेनिंग। असी ट्रेनिंग नहीं प्रोवाइड करा रहे। साडे स्कूलों च लैंगुएज लैब ही नहीं है। मैं तुहानूं दस दे विच असी वीक हाँ, अदरवाइज वी कुड डिवेलप दैट स्किल। तो जदों असी गल करते हैं कि न्यूमैरिक कैलकुलेशन की गल है, टेबल नहीं आउंदे, काउंटिंग नहीं आती, मल्टीप्लीकेशन नहीं आती, ਅਸੀਂ ਉਹ ਬੱਚੇ ਨੂੰ ਕਰ ਸਕਦੇ ਹਾਂ ਦੂਰ, ਉਹ ਕੋਈ ਕਮੀਆਂ ਨਹੀਂ ਹੈਗੀਆਂ, ਉਹ ਸਾਡੀ ਟ੍ਰੇਨਿੰਗ ਦਾ ਸਿਸਟਮ ਦੀ ਵੀਕਨੈਸ ਹੈਗੀ ਆ। ਤਾਂ ਅਸੀਂ ਇਸ ਬੱਚੇ ਨੂੰ ਹੈਲਪ ਕਰਨਾ ਹੁੰਦਾ। ਜਦੋਂ ਮੈਂ ਇੱਕ ਦਿਨ ਤੁਹਾਨੂੰ ਦੱਸਿਆ ਸੀ ਕਿ ਮੈਲ ਸਿਸਟਮ ਬਣਾਇਆ, ਗਰੁੱਪ ਸਿਸਟਮ, ਉਹ ਗੱਲ ਹੋਈ ਸੀ ਕਿ ਪ੍ਰਵੇਸ਼ ਪੰਜਾਬ, ਪੜ੍ਹੋ ਪੰਜਾਬ ਜਾਂ ਪ੍ਰਵੇਸ਼ ਪੰਜਾਬ ਦੀ ਗੱਲ ਹੋਈ ਸੀ ਪ੍ਰੋਜੈਕਟ ਦੀ। ਯੈਸ ਸਰ। ਤਾਂ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ, ਵੀ ਕਲਾਸੀਫਾਈ ਦ ਸਟੂਡੈਂਟ ਔਨ ਦ ਬੇਸਿਸ ਆਫ ਦੇਅਰ ਲਰਨਿੰਗ ਡੈਫੀਸ਼ੀਐਂਸੀ। ਕਿਹੜਾ ਬੱਚਾ ਸਿਰਫ ਅਲਫਾਬੈਟ ਰੈਕੋਗਨਾਈਜ਼ ਕਰਦਾ, ਕਿਹੜਾ ਬੱਚਾ वर्ड टू वर्ड प्रोनाउंस कर सकता, किहड़ा सेंटेंस रीड कर लैंदा, किहड़ा पैरा रीड कर लैंदा, किहड़ा स्टोरी रीड कर लैंदा। तो इसका मतलब है डेफिशिएंसीज ने, उही ग्रुपिंग की गल हो रही है इत्थे एवैल्यूएशन की। ठीक है बई, अगे चलते हैं। 25 रोल नंबर, हाँ जी, बेसिस फॉर एडमिशन। सोनल? हाँ जी सर, बता रही हूँ। तो फर्स्ट पॉइंट है बेसिस फॉर एडमिशन। इसमें एवोल्यूशन इस तरह से हेल्प करता है, जैसे कि हमने बच्चे को एवोल्यूट किया, हम उसकी स्ट्रेंथ और वीकनेसेस हमें पता लग गई कि किस चीज़ में वो अच्छा कर रहा है, किस चीज़ में वो कम अच्छा है। सपोज अगर हमने 10th में हमने मैथ्स और साइंस में अच्छा स्कोर किया
लिटरेचर और सोशल साइंसेज में नहीं किया इतना अच्छा स्कोर, तो हम उस बच्चे को ऑन द बेसिस ऑफ एवोल्यूशन हम उसको ये कर सकते हैं, सजेस्ट कर सकते हैं कि वो आगे साइंस और मैथ्स में अपना करियर बनाए, साइंस और मैथ्स में एडमिशन ले। या फिर जैसे अगर चाहे हमें एडमिशन लेना भी है स्कूल्स में, अगर हम बच्चों का एडमिशन लेते हैं तो हम ये एवेलुएट करते हैं कि उन्हें कितना आता है और हम उन्हें कौन से स्टैंडर्ड पे एडमिट कर सकते हैं। तो एक तो ये हो गया। एंड नेक्स्ट पॉइंट इज बेसिस फॉर प्रमोशन ऑफ स्टूडेंट इन नेक्स्ट क्लासेस। सपोज कि एवोल्यूशन प्रमोशन में किस तरह से हेल्प करता है कि सर ने जो नो डिटेंशन पॉलिसी भी बताई थी, उसमें ये था कि एवोल्यूशन उसमें हम एवोल्यूशन के तौर पे हम बच्चों को प्रमोट नहीं करते थे, मतलब ये था कि किसी को फेल नहीं करना, आगे प्रमोट कर देना है। तो उससे क्या होता था, उनकी जो लर्निंग में उनकी जो वीकनेसेस हैं, शॉर्ट कमिंग्स है, वो और बढ़ती चली जाती थी। एवोल्यूशन इस तरह से हेल्प करता है कि हमें पता है कि ये बच्चा बहुत अच्छा कर रहा है तो हम इसको आगे प्रमोट कर सकते हैं, लेकिन हमें पता है कि अभी इस बच्चे में इतनी वीकनेसेस हैं, अभी इनको सुधारना ज्यादा जरूरी है, तब हम इसको आगे प्रमोट करेंगे, वरना लर्निंग में जितने गैप्स हैं वो बढ़ते चले जाएंगे। लर्निंग ਜਿਹੜੀ ਹੈ ਮਤਲਬ evaluation will help to assign any particular grade to the child and that grade will decide that are we going to promote that child or not। ਜੇ ਉਹ ਡੀ ਗ੍ਰੇਡ ਚ ਆਏਗਾ ਤਾਂ ਪ੍ਰਮੋਟ ਕਰਾਂਗੇ, ਜੇ ਈ ਤੇ ਐਫ ਗ੍ਰੇਡ ਚ ਆਏਗਾ ਜੋ ਸਾਡਾ ਸੀਸੀਏ ਸਿਸਟਮ ਕਹਿੰਦਾ ਹੈ, ਕੰਪਰੀਹੈਂਸਿਵ ਕੰਟੀਨਿਊਸ ਐਵੈਲੂਏਸ਼ਨ ਸਿਸਟਮ ਇਹ ਕਹਿੰਦਾ ਜਿਹਦਾ ਈ ਤੇ ਐਫ ਆਏਗਾ ਉਹਨਾਂ ਨੂੰ ਅਸੀਂ ਪ੍ਰਮੋਟ ਨਹੀਂ ਕਰਨ ਜਾ ਰਹੇ, ਉਹਨਾਂ ਨੂੰ ਅਸੀਂ ਸਟੇ ਕਰਵਾ ਲਾਂਗੇ ਐਂਡ ਦੈਨ ਵੀ ਵਿਲ ਪ੍ਰੋਵਾਈਡ ਦੈਮ 6 अपॉर्चुनिटी टू इंप्रूव देयर ग्रेड। तो जेकर वो ग्रेड इंप्रूव करेंगे तो प्रमोट करांगे। ठीक है, तो इसी तरह सर इवैल्यूएशन करने से हमें ना स्टूडेंट की वीकनेस और स्ट्रेंथ पता चल जाती है, फिर उसके अकॉर्डिंग हम उसे गाइडेंस देते हैं कि उसे किस लाइन में जाना चाहिए, कौन से मतलब कि सब्जेक्ट को ऑप्ट करना चाहिए। तो इससे इवैल्यूएशन करने से हमें पता चलता है कि हमें उसे कैसी ना गाइडेंस कैसे देनी है, तो उसे कौन सा ना फील्ड ऑप्ट करने के लिए कहना चाहिए। नेक्स्ट इज नॉलेज अबाउट द प्रोग्रेस ऑफ स्टूडेंट्स, और इवैल्यूएशन करने से हमें पता चल जाता है कि स्टूडेंट कहाँ पर स्टैंड करता है। जैसे कि हमारे स्कूल में फाइनल में जब पेपर होते हैं, फाइनल पेपर होते हैं, तो हमें पता चल जाता है कि मतलब कई सेमेस्टर्स में के एग्जाम्स होते हैं, तो हमें पता चल जाता है, अगर उस डाटा को देखेंगे, हम देखेंगे कि उसकी प्रोग्रेस हो रही है कि नहीं हो रही है। ये सब इवैल्यूएशन की गुड गुड गुड। और ਅੱਗੇ ਅਸੀਂ ਗੱਲ ਕਰਾਂਗੇ ਹੈਲਪ ਫਾਰ ਕਲਾਸੀਫਾਈंग। कौन करेगा? 101 को एजुकेशन दी है और एजुकेशन के बेसिस पे हम देख सकते हैं कि उस स्टूडेंट्स के जो मतलब जो एजुकेशन का जो एम और ऑब्जेक्टिव है वो पूरा हुआ है कि नहीं हुआ है। नहीं, ये बच्चे नाल जुड़िया होया नहीं है। इट इज़ अबाउट द नैशनल और ऑब्जेक्टिव ऑफ द कम्यूनिटी। जिवें ਅਸੀਂ ਕਹਿੰਦੇ ਆ कि ਪਹਿਲਾ ਸਾਡਾ ਏਮ ਹੈਗਾ ਕਿ ਵੀ ਵਾਂਟ ਟੂ ਬੀ ਅ ਡਿਵੈਲਪਡ ਨੇਸ਼ਨ। ਜਦੋਂ ਤੁਸੀਂ ਅਬੁਲ ਕਲਾਮ ਆਜ਼ਾਦ ਦੀ ਬੁੱਕ ਪੜ੍ਹਦੇ ਹੋ ਵਿਜ਼ਨ 2020, ਤਾਂ ਉਹ ਕਹਿੰਦੇ ਆ ਕਿ ਵਿਜ਼ਨ 2020 ਹੈ ਕੀ ਸੀ? that was objective of the nation to attain that status of world power ਜਾਂ economic power। ਤਾਂ ਉਹ ਕਹਿੰਦੇ ਸੀ ਕਿ ਅਸੀਂ 2020 ਤੱਕ ਇਕਨੋਮਿਕ ਪਾਵਰ ਬਣ ਜਾਵਾਂਗੇ, ਵਰਲਡ ਪਾਵਰ ਬਣ ਜਾਵਾਂਗੇ। ਤਾਂ ਫਿਰ ਜਦੋਂ ਤੁਸੀਂ ਕੋਈ ਇਸ ਤਰ੍ਹਾਂ ਦਾ ਟਾਰਗੇਟ ਸੈੱਟ ਕਰਦੇ ਹੋ ਤਾਂ ਤੁਹਾਨੂੰ ਆਪਣੇ ਸ਼ਾਰਟ ਸਟੈਪਸ ਵੀ ਡਿਫਾਈਨ ਕਰਨੇ ਹੁੰਦੇ ਆ। ਤਾਂ ਕਲਾਮ ਸਾਹਿਬ ਦੇ ਅੰਡਰ ਜਿਹੜਾ ਹੈ, ਜਦੋਂ DRDO ਦੇ ਵਿੱਚ ਚੀਫ ਹੁੰਦੇ ਆ, ਤਾਂ ਉਹ ਇੱਕ ਕਮੇਟੀ ਸਾਇੰਟਿਸਟ ਦੀ ਬਣਾਈ ਜਾਂਦੀ ਹੈ, ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਟਾਰਗੇਟ ਦੱਸੋ ਕਿਹੜੇ ਕਿਹੜੇ ਅਚੀਵ ਕਰੀਏ ਅਤੇ ਅਸੀਂ ਵਰਲਡ ਪਾਵਰ ਬਣ ਜਾਵਾਂਗੇ। ਤਾਂ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾ ਆਬਜੈਕਟਿਵ ਵਿਜ਼ਨ 2020 'ਚ 20 ਆਬਜੈਕਟਿਵ ਰੱਖੇ ਗਏ, ਅਤੇ ਪਹਿਲਾ ਆਬਜੈਕਟਿਵ ਸੀ ਇਫ ਵੀ ਵਾਂਟ ਟੂ ਬੀ ਅ ਇੰਟਰਨੈਸ਼ਨਲ ਔਰ ਵਰਲਡ ਪਾਵਰ we have to attain that status of 100% literate country। ਤਾਂ ਸਾਨੂੰ 100% ਲਿਟਰੇਟ ਹੋਣਾ ਹੈ, ਸਭ ਤੋਂ ਪਹਿਲਾਂ ਇਹ ਰੱਖਿਆ ਗਿਆ। ਜਦੋਂ ਇਹ ਗੱਲ ਹੋਈ 2002 ਦੇ ਵਿੱਚ, ਉਦੋਂ ਹੀ ਨਾਲ ਦੀ ਨਾਲ ਹੀ ਰਾਈਟ ਟੂ ਐਡੂਕੇਸ਼ਨ ਦੇ ਦਿੱਤਾ। ਅਡਵਾਨੀ ਸਾਹਿਬ, ਅਟਲ ਬਿਹਾਰੀ ਵਾਜਪਾਈ ਉਦੋਂ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਨੇ ਰਾਈਟ ਟੂ ਐਡੂਕੇਸ਼ਨ ਦੇ ਦਿੱਤਾ, ਭਾਵੇਂ ਕਿ ਉਹ ਅੱਧਾ ਹੀ ਸੀਗਾ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਟ ਵਿਲ ਬੀ ਦ ਡਿਊਟੀ ਆਫ ਦ ਪੇਰੈਂਟਸ ਟੂ ਐਡੂਕੇਟ ਦੇਅਰ ਵਾਰਡਸ। ਤਾਂ ਉਹ ਡਿਊਟੀ ਪੇਰੈਂਟਸ ਦੀ ਲਾ ਦਿੱਤੀ, ਗੌਰਮੈਂਟ ਨੇ ਨਾ ਲਈ। ਤਾਂ ਉਹ ਫਿਰ ਸਕਸੈਸਫੁਲ ਨਹੀਂ ਹੋਇਆ। ਅਗਲੀ ਗੱਲ ਉਹ ਕਹਿੰਦੇ ਕਿ ਫਿਰ 2007 ਦੇ ਵਿੱਚ ਦੁਬਾਰਾ ਇਹ ਰਿਵੀਜ਼ਨ ਹੁੰਦੀ ਹੈ। ਤਾਂ ਰਿਵੀਜ਼ਨ ਦੇ ਵਿੱਚ ਫਿਰ ਜਦੋਂ ਜਿਹੜੇ ਹੈਗੇ ਆ
ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਨੇ, ਉਹ ਫਿਰ ਕਹਿੰਦੇ ਆ ਕਿ ਨਹੀਂ, ਜੇ ਇਹ ਅਟੇਨ ਹੀ ਕਰਨਾ ਹੈ, ਸਟੇਟਸ ਅਟੇਨ ਕਰਨਾ 100% ਲਿਟਰੇਟ ਕੰਟਰੀ ਦਾ, ਸਾਨੂੰ ਰਾਈਟ ਟੂ ਐਜੂਕੇਸ਼ਨ ਲੈ ਕੇ ਆਉਣਾ ਚਾਹੀਦਾ। ਵੀ ਵਿਲ ਪ੍ਰੋਵਾਈਡ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਂਡ ਦੈਨ ਦ ਗਵਰਨਮੈਂਟ ਵਿਲ ਟੇਕ ਦ ਰਿਸਪੋਂਸਿਬਿਲਿਟੀ ਟੂ ਐਡੂਕੇਟ ਐਵਰੀ ਚਾਈਲਡ। ਤਾਂ ਉਹ ਕਹਿੰਦੇ ਕਿ ਗੌਰਮੈਂਟ ਹਰ ਇੱਕ ਬੱਚੇ ਨੂੰ ਐਡੂਕੇਟ ਕਰੇਗੀ। ਤਾਂ ਫਿਰ ਅਸੀਂ ਉਹ ਅਟੇਨ ਕਰ ਲੈਂਦੇ ਹਾਂ। ਪਰ ਹੁਣ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਵੀ ਇਹਦੇ ਵਾਸਤੇ ਕੀ ਕੀਤਾ ਜਾਏਗਾ। ਉਹ ਕਹਿੰਦੇ ਕਿ ਬੱਚੇ ਨੂੰ 14 ਸਾਲ ਤੱਕ ਸਕੂਲ 'ਚ ਰੱਖਣਾ, ਉਹਨੂੰ ਆਵੇ ਕੁਛ ਨਾ ਆਵੇ, ਅਸੀਂ ਉਹਨੂੰ ਸਕੂਲ 'ਚੋਂ ਨਹੀਂ ਜਾਣ ਦੇਣਾ। ਇਹਦਾ ਮਤਲਬ ਹੈ ਅਸੀਂ ਉਹਨੂੰ ਡਰੋਪ ਆਊਟ ਨਹੀਂ ਕਰਨ ਦੇਣਾ, ਰਿਟੇਨ ਕਰਾਂਗੇ। ਹੁਣ ਇਹ ਇੰਨਾ ਵੇਗ ਸੀਗਾ, ਇੰਨੀ ਵੇਗਨੈਸ ਸੀ ਇਸ 'ਚ, ਇਨਹਰਟਡ ਵੇਗਨੈਸ ਸੀਗੀ ਕਿ ਉਹਦੇ ਵਿੱਚ ਸਿਰਫ ਬੱਚਾ ਸਕੂਲ 'ਚ ਜਿਹੜਾ ਹੈ, ਜਿਵੇਂ ਢਾਬੇ 'ਤੇ ਰੋਟੀ ਖਾਣ ਆਉਂਦਾ ਨਾ, ਐਵੇਂ ਮਿਡ ਡੇ ਮੀਲ ਖਾਣ ਆਉਂਦਾ ਸੀ, ਉਹ ਪੜ੍ਹਨ ਨਹੀਂ ਆਉਂਦਾ ਸੀ। ਅਤੇ ਟੀਚਰ ਵੀ ਨਹੀਂ ਪੜ੍ਹਾਉਂਦਾ ਸੀਗਾ। ਉਹ ਕਹਿੰਦਾ ਕਿਹੜਾ ਪੇਪਰ ਲੈਣੇ ਆ ਕਿਸੇ ਨੇ, ਉਹ ਕਹਿੰਦਾ ਜਿਹਨੇ ਪੜ੍ਹ ਲਿਆ, ਜਿਹਨੇ ਨਹੀਂ ਪੜ੍ਹਿਆ ਜਾਓ ਘਰ ਨੂੰ, ਰੋਟੀ ਖਾ ਲਈ ਜਾਓ। ਤਾਂ ਇਹ ਵੇਗਨੈਸ ਨੇ ਸਾਨੂੰ ਇੰਨਾ ਨੁਕਸਾਨ ਕੀਤਾ ਕਿ ਸਾਡੀ ਇੱਕ ਪੂਰੀ ਪੀੜ੍ਹੀ ਦੇ ਕੋਲ ਕੋਈ ਆਬਜੈਕਟਿਵ ਨਹੀਂ ਹੈ, ਕੋਈ ਲਰਨਿੰਗ ਸਕਿੱਲ ਨਹੀਂ ਹੈ। ਤਾਂ ਮੈਂ ਪਿੰਡਾਂ 'ਚ ਦੇਖਦਾ, ਸਾਡੇ ਬਹੁਤ ਸਾਰੇ ਬੱਚੇ ਹੁਣ ਜਿਹੜੇ ਉਹ ਫੈਕਟਰੀਆਂ 'ਚ ਲੇਬਰ ਕਰ ਰਹੇ ਆ, ਉਹ 2009 ਤੋਂ ਲੈ ਕੇ 2016 ਤੱਕ ਜਿਹੜੇ ਪੜ੍ਹੇ ਹੈ ਸਕੂਲਾਂ 'ਚ, ਉਹਨਾਂ ਕੋਲ ਕੋਈ ਲਰਨਿੰਗ ਸਕਿੱਲ ਨਹੀਂ ਹੈ, ਗੌਰਮੈਂਟ ਸਕੂਲਾਂ 'ਚ ਖਾਸ ਤੌਰ 'ਤੇ। ਔਰ ਉਹ ਸਾਰੇ ਲੇਬਰ ਕਲਾਸ ਬਣ ਗਈ ਕਿਉਂਕਿ ਅਸੀਂ ਉਹ ਵੇਗਨੈਸ ਹੁਣ ਅਸੀਂ ਉਸ ਨੂੰ ਇੰਪਰੂਵ ਕਰ ਰਹੇ ਹਾਂ। ਹੁਣ ਅਸੀਂ ਕਹਿ ਰਹੇ ਹਾਂ ਨਹੀਂ, ਟੈਸਟ ਲਵਾਂਗੇ। ਤਾਂ ਇਹਦਾ ਮਤਲਬ ਆਬਜੈਕਟਿਵ ਤਾਂ ਫਿਰ ਵੀ ਉਹੀ ਰਿਹਾ, ਪਰ ਹੁਣ ਅਸੀਂ ਕਹਿ ਦਿੱਤਾ ਕਿ ਆਬਜੈਕਟਿਵ ਐਵੇਂ ਹੀ ਅਟੇਨ ਨਹੀਂ ਕਰਾਂਗੇ। ਜੇ ਅਸੀਂ ਇਹ ਆਬਜੈਕਟਿਵ ਅਟੇਨ ਕਰਨਾ ਹੈ, ਅਸੀਂ ਟੈਸਟ ਲਵਾਂਗੇ, ਪਰ ਅਸੀਂ ਹੁਣ ਟੀਚਰ ਨੂੰ ਕਵਾਂਗੇ ਕਿ ਉਹ ਆਪਣੇ ਜਿਹੜਾ ਹੈ ਕੁਆਲਿਟੀ ਆਫ ਇੰਸਟਰਕਸ਼ਨ ਉਸ ਨੂੰ ਇੰਪਰੂਵ ਕਰੇ, ਆਪਣਾ ਸਿਸਟਮ ਆਫ ਟੀਚਿੰਗ ਜਿਹੜਾ ਹੈ ਉਸ 'ਤੇ ਕੰਮ ਕਰੀਏ, ਤਾਂ ਕਿ ਅਸੀਂ ਬੱਚੇ ਨੂੰ ਸਕਿੱਲ ਦੇ ਕੇ ਫਿਰ ਅਸੀਂ ਆਬਜੈਕਟਿਵ ਵਿੱਚ ਅਟੇਨ ਕਰਨਾ ਹੈ, ਵੇਗਨੈਸ ਨਾ ਹੋਵੇ ਇਹਦੇ 'ਚ। ਹਾਂਜੀ, ਰੋਲ ਨੰਬਰ 152। are an important tool of motivations। ਆਪਾਂ ਸਕਾਲਰਸ਼ਿਪ ਗਵਰਨਮੈਂਟ ਵੱਲੋਂ ਮਿਲਦੀ ਆ, ਉਹਦਾ ਮੇਨ ਰੀਜ਼ਨ ਇਹ ਹੁੰਦਾ ਹੈ ਕਿ ਜਿਹੜੇ ਬੱਚੇ ਸਟੱਡੀ ਕਰਦੇ ਨੇ ਪ੍ਰੋਪਰ, ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਕਿ ਉਹ ਆਪਣੇ ਹਾਰਡ ਵਰਕ, ਇੰਟੈਲੀਜੈਂਸ, ਆਪਣੀ ਕ੍ਰੀਏਟੀਵਿਟੀ ਹੋਰ ਜ਼ਿਆਦਾ ਆਪਣੇ ਐਫਰਟਸ ਪਾ ਕੇ ਅੱਗੇ ਆਉਣ। ਸਿਰਫ ਉਹਨਾਂ ਨੂੰ ਅਵਾਰਡ ਵਿੱਚ ਸਕਾਲਰਸ਼ਿਪ ਦਿੱਤੀ ਜਾਵੇ, ਫਿਰ ਉਹਨਾਂ ਦਾ ਮੋਟੀਵੇਸ਼ਨ ਲੈਵਲ ਇਨਕਰੇਜ ਕਰਨਗੇ। ਤੁਹਾਡੇ ਕਿਸੇ ਦੋਸਤ ਨੂੰ ਕਦੇ ਕਾਲਜ ਕਲਰ ਮਿਲਿਆ ਸੀ? ਕਾਲਜ ਨੋ ਸਰ। ਸੁਣਿਆ ਕਦੇ ਕਾਲਜ ਕਲਰ ਕੀ ਹੁੰਦਾ? ਯੈਸ ਸਰ। ਹਾਂ, ਤਾਂ ਮਤਲਬ ਇਟ ਇਜ਼ ਅ ਡਿਸਟਿੰਕਸ਼ਨ ਅਵਾਰਡ। ਤਾਂ ਅਸੀਂ ਕਹਿੰਦੇ ਹਾਂ ਕਿ ਐਵੈਲੂਏਸ਼ਨ ਇਹ ਵੀ ਦੱਸਦੀ ਹੈ ਕਿ ਸਾਰੇ ਬ੍ਰਿਲੀਅੰਟ 'ਚੋਂ ਕਾਲਜ ਕਲਰ ਲੈਣ ਵਾਲਾ ਕੌਣ ਹੈ, ਹੂ ਇਜ਼ ਅ ਆਲ ਰਾਊਂਡਰ। ਤਾਂ ਅਸੀਂ ਇਸ ਤਰ੍ਹਾਂ ਦੇ ਵਾਸਤੇ ਵੀ ਬੱਚਿਆਂ ਨੂੰ ਕੈਟੇਗਰਾਈਜ਼ ਕਰਨ ਵਾਸਤੇ। ਔਰ ਫਿਰ ਅਸੀਂ ਗੱਲ ਕੀਤੀ ਹੈ ਮੈਰੀਟੋਰੀਅਸ ਸਕਾਲਰਸ਼ਿਪਸ ਨੇ। ਇਹ ਕਿਹਾ ਗਿਆ, ਜਿਵੇਂ ਪੰਜਾਬ ਗਵਰਨਮੈਂਟ ਨੇ ਕਿਹਾ ਵੀ ਜਿਹੜਾ 85% ਸਰਕਾਰੀ ਸਕੂਲ ਦਾ ਬੱਚਾ ਲਏਗਾ, ਉਸ ਨੂੰ ਅਸੀਂ ਸਪੈਸ਼ਲ ਸਕਾਲਰਸ਼ਿਪ ਦੇਵਾਂਗੇ ਅਤੇ ਉਹਦੀ ਐਡਮਿਸ਼ਨ ਮੈਰੀਟੋਰੀਅਸ ਸਕੂਲ 'ਚ ਹੋਏਗੀ, +1 +2 ਉਹਨੂੰ ਫ੍ਰੀ ਪੜ੍ਹਾਈ ਜਾਏਗੀ, ਔਰ ਇੰਗਲਿਸ਼ ਮੀਡੀਅਮ ਸਕੂਲ ਮੈਰੀਟੋਰੀਅਸ ਬੈਸਟ ਸਕੂਲ ਦੇ ਵਿੱਚ ਪੜ੍ਹਾਈ ਜਾਏਗੀ। ਇਸੇ ਤਰ੍ਹਾਂ ਅਸੀਂ ਇਹ ਤੁਸੀਂ ਦੇਖਿਆ ਹੋਏਗਾ ਤੁਹਾਡੇ 'ਚੋਂ ਕਿੰਨੇ ਹੈਗੇ ਜਿਨ੍ਹਾਂ ਨੂੰ PU ਗ੍ਰੈਜੂਏਸ਼ਨ ਬ੍ਰਿਲੀਅੰਟਸ ਜਿਹੜੀ ਹੈ ਸਕਾਲਰਸ਼ਿਪ ਮਿਲਦੀ ਹੈ, ਜਿਨ੍ਹਾਂ 60% ਤੋਂ ਜ਼ਿਆਦਾ ਨੰਬਰ ਨੇ, ਲੜਕੀਆਂ ਨੂੰ ਸਕਾਲਰਸ਼ਿਪ ਦਿੰਦੀ ਹੈ ਗੌਰਮੈਂਟ। ਕਿਸੇ ਨੇ ਕਲੇਮ ਕੀਤੀ ਹੈ ਉਹ? ਗ੍ਰੈਜੂਏਸ਼ਨ 'ਚੋਂ 60% ਤੋਂ ਜ਼ਿਆਦਾ ਨੰਬਰ ਨੇ ਔਰ ਉਹਨਾਂ ਨੇ BA ਆਪਣੇ ਪੰਜਾਬ ਯੂਨੀਵਰਸਿਟੀ 'ਚ ਅੱਗੇ ਦੁਬਾਰਾ MA ਕਰਨੀ ਜਾਂ ਹੋਰ ਕੋਰਸ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਸਭ ਨੂੰ ਸਕਾਲਰਸ਼ਿਪ ਮਿਲਦੀ ਹੈ 3000 ਰੁਪਈਆ। ਤੁਹਾਡੇ 'ਚੋਂ ਕਿਸੇ ਨੇ ਕਲੇਮ ਕੀਤਾ? सर मिली है लेकिन यूनिवर्सिटी की तरफ से नहीं मिली थी। ਅੱਛਾ, ਚਲੋ ਕਿਸੇ ਹੋਰ ਪਾਸੇ ਮਿਲਿਆ। ਤਾਂ ਆਮ ਤੌਰ 'ਤੇ ਤੁਸੀਂ ਅਵੇਅਰ ਨਹੀਂ ਹੋਵੋਗੇ ਜਾਂ ਤੁਸੀਂ ਗੌਰ ਨਹੀਂ ਕੀਤੀ। ਸਰ ਸਾਡੇ ਕਾਲਜ ਵੀ ਆਉਂਦਾ ਹੈ ਕਿ ਬ੍ਰਿਲੀਅੰਟ ਸਟੂਡੈਂਟ ਦੀ ਆਈ ਹੈ, ਤਾਂ ਕਿਹੜਾ ਬੱਚਾ ਲੈਣਾ ਚਾਹੁੰਦਾ ਹੈਗਾ। ਤਾਂ ਅਸੀਂ ਇਹਦੇ ਵਿੱਚ ਉਹੀ ਚੀਜ਼ਾਂ ਦੀ ਗੱਲ ਕਰ ਰਹੇ ਹਾਂ ਕਿ ਸਕਾਲਰਸ਼ਿਪ ਕਿਹਨੂੰ ਪ੍ਰੋਵਾਈਡ ਕੀਤੀ ਜਾਏਗੀ। ਇਹ ਬੇਸਿਸ ਵੀ ਸਾਨੂੰ ਇਹ ਕਲੀਅਰ ਕਰਕੇ ਦਿੰਦਾ ਹੈ। ਇੱਕ ਲਾਸਟ ਵਾਲਾ ਅਸੀਂ ਕਰ ਲਈਏ, ਬਾਕੀ ਤੁਸੀਂ ਫਿਰ ਆਪ ਦੇਖ ਲਿਓ, ਮੈਂ ਇਹਨੂੰ ਅਪਲੋਡ ਕਰ ਦੇਵਾਂਗਾ। ਬਹੁਤ ਜ਼ਿਆਦਾ ਡਿਫੀਕਲਟੀ ਵਾਲੇ ਕੋਈ ਲੈਵਲ ਨਹੀਂ ਹੈ। ਇਹਦੇ ਵਿੱਚ ਹੈ ਹੈਲਪਫੁਲ ਇਨ ਬ੍ਰਿੰਗਿੰਗ ਚੇਂਜ ਇਨ ਕਰਿਕੂਲਮ। ਕਮਿਊਨਿਟੀ ਜਿਹੜੀ ਹੈ, ਅਸੀਂ ਇਹ ਦੇਖਦੇ ਆਉਂਦੇ ਹਾਂ ਕਿ ਜਿਵੇਂ ਅਬਜੈਕਟਿਵਸ ਨੇ, ਅਸੀਂ ਕਰਿਕੂਲਮ ਵੀ ਚੇਂਜ ਕਰਦੇ ਹਾਂ। ਜਿਵੇਂ ਅਸੀਂ ਕਹਿੰਦੇ ਹਾਂ ਕਿ ਵੀ ਵਾਂਟ ਟੂ ਡਿਵੈਲਪ ਦੈਟ ਵਾਈਜ਼ ਕੰਜ਼ਿਊਮਰ। ਜਦੋਂ ਹੁਣ ਵਾਈਜ਼ ਕੰਜ਼ਿਊਮਰ ਦੀ ਗੱਲ ਆ ਰਹੀ ਹੈ, ਤਾਂ ਸਾਡਾ ਜਿਹੜਾ ਮਾਰਕੀਟ ਸਿਸਟਮ ਹੈ ਉਹ ਬਦਲਦਾ ਜਾ ਰਿਹਾ। ਖਾਸ ਤੌਰ 'ਤੇ ਇਕਨੋਮਿਕਸ ਦੀ ਗੱਲ ਕਰੀਏ ਤਾਂ ਇਕਨੋਮਿਕਸ ਦੇ ਵਿੱਚ ਤੁਸੀਂ ਦੇਖੋਗੇ ਕਿ ਹੁਣ ਜਿਹੜੀ ਔਨਲਾਈਨ ਸ਼ਾਪਿੰਗ ਆ ਗਈ ਹੈ, ਜਿਹੜੀ ਇੰਸਟਾਲਮੈਂਟ ਬੇਸਡ ਸ਼ਾਪਿੰਗ ਆ ਗਈ ਹੈ, ਜਿਹੜੀ ਸਾਡੇ ਕੋਲ ਜਿਹੜਾ ਮੌਲ ਦਾ ਸਿਸਟਮ ਆ ਗਿਆ ਹੈ, ਜਿਹੜਾ ਜ਼ੀਰੋ ਇੰਟਰਸਟ ਫਾਈਨਾਂਸ ਵਾਲੀ ਸਿਸਟਮ ਆ ਗਿਆ ਹੈ, ਇਹਨੇ ਸਾਡਾ ਬੜਾ ਸਾਰਾ ਜਿਹੜਾ ਹੈ ਬਜਟਿੰਗ ਦੇ ਉੱਪਰ ਇਫੈਕਟ ਕੀਤਾ, ਕਿਉਂਕਿ ਅਸੀਂ ਨਾ ਚਾਹੁੰਦੇ ਹੋਏ ਵੀ ਬਹੁਤ ਸਾਰੀਆਂ ਮਤਲਬ ਅਨਨੈਸੈਸਰਲੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਬਾਏ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਕੰਜ਼ਿਊਮਰਸ਼ਿਪ ਪ੍ਰਮੋਟ ਕੀਤੀ ਜਾ ਰਹੀ ਹੈ। ਤਾਂ ਸਾਨੂੰ ਹੁਣ ਕਰਿਕੂਲਮ ਦੇ ਵਿੱਚ ਚੇਂਜ ਲੈ ਕੇ ਆਉਣਾ ਪਿਆ ਕਿ ਹੁਣ ਅਸੀਂ ਔਨਲਾਈਨ ਬੈਂਕਿੰਗ ਪੜ੍ਹਾਵਾਂਗੇ, ਔਨਲਾਈਨ ਸ਼ਾਪਿੰਗ ਪੜ੍ਹਾਵਾਂਗੇ, ਅਸੀਂ ਟੈਲੀ ਸ਼ਾਪਿੰਗ ਪੜ੍ਹਾਵਾਂਗੇ। ਅਸੀਂ ਕਰਿਕੂਲਮ ਚੇਂਜ ਕਰਦੇ ਹਾਂ, ਉਹ ਕਰਿਕੂਲਮ ਹਟਾ ਦਿੰਦੇ ਹਾਂ ਜਿਹੜਾ ਜ਼ਰੂਰਤ ਦਾ ਨਹੀਂ ਰਿਹਾ। ਅਸੀਂ ਉਹ ਡਿਮਾਂਡ ਸਪਲਾਈ ਨੂੰ ਹਟਾ ਦਿੱਤਾ। ਅਸੀਂ ਹੁਣ ਕੰਜ਼ਿਊਮਰ ਬਿਹੇਵੀਅਰ ਦੀ ਗੱਲ ਕਰਦੇ ਹਾਂ। ਤੁਸੀਂ ਗ੍ਰੈਜੂਏਸ਼ਨ 'ਚ ਪੜ੍ਹਿਆ ਹੋਏਗਾ, ਕੰਜ਼ਿਊਮਰ ਬਿਹੇਵੀਅਰ ਦੀ ਗੱਲ ਕਰ ਰਹੇ ਹਾਂ। ਜਿਵੇਂ ਪਿਛਲੇ ਤੋਂ ਪਿਛਲੇ ਸਾਲ
ਕੰਜ਼ਿਊਮਰ ਬਿਹੇਵੀਅਰ ਨੂੰ ਨੋਬਲ ਪ੍ਰਾਈਜ਼ ਮਿਲ ਗਿਆ, ਤਾਂ ਸਾਨੂੰ ਚੇਂਜ ਕਰਨਾ ਪੈਂਦਾ ਕਰਿਕੂਲਮ, ਜਿਹੜਾ ਆਊਟਡੇਟ ਹੋ ਜਾਂਦਾ ਹਟਾ ਦਿੰਦੇ ਆ, ਜਿਹੜਾ ਜ਼ਰੂਰੀ ਹੈ ਉਹ ਅਸੀਂ ਲੈ ਕੇ ਆਉਂਦੇ ਹਾਂ। ਤਾਂ ਤੁਸੀਂ ਬੈਂਕਿੰਗ ਜਦੋਂ ਅਸੀਂ ਮੈਟ੍ਰਿਕ ਕਰ ਰਹੇ ਸੀ ਉਦੋਂ ਨਵਾਂ ਬੈਂਕਿੰਗ ਮੈਥਮੈਟਿਕਸ 'ਚ ਇੰਟਰੋਡਿਊਸ ਹੋਇਆ ਸੀ, ਜਿਹਦੇ ਵਿੱਚ ਉਹ ਸਿਖਾਉਂਦੇ ਸੀ ਕਿ ਬੈਂਕ 'ਚ ਪਾਸਬੁੱਕ ਐਂਟਰੀਆਂ ਕਿਵੇਂ ਦੇਖਣੀਆਂ ਅਤੇ ਉਹਦੇ ਇੰਟਰਸਟ ਕਿਵੇਂ ਕਾਊਂਟ ਕਰਨਾ ਹੈ। ਅਤੇ ਅਸੀਂ ਇਹ ਸਾਰਾ ਕੁਝ ਅਸੀਂ ਕਿਉਂ ਜ਼ਰੂਰਤ ਪੈਂਦੀ ਹੈ, ਕਿਉਂਕਿ ਜਿਵੇਂ ਇਕੋਨਮੀ 'ਚ ਚੇਂਜ ਆਉਂਦੇ ਆ ਤਾਂ ਸਾਨੂੰ ਆਪਣਾ ਕਰਿਕੂਲਮ ਉਸ ਦੇ ਅਕੋਰਡਿੰਗ, ਸੈਟਅਪ ਦੇ ਅਕੋਰਡਿੰਗ, ਡਿਮਾਂਡ ਦੇ ਅਕੋਰਡਿੰਗ ਬਦਲਣਾ ਪਏਗਾ। ਔਰ ਜਿਹੜਾ ਪੁਰਾਣਾ ਇੰਪਲਾਈ ਸਿਸਟਮ ਸੀਗਾ ਉਹ ਵੀ ਬਦਲ ਰਿਹਾ। ਹੁਣ ਸਾਨੂੰ ਮਾਰਕੀਟਿੰਗ ਸਿਖਾਉਣੀ ਪੈਂਦੀ ਹੈ ਬੱਚਿਆਂ ਨੂੰ, ਤਾਂ ਅਸੀਂ ਮਾਰਕੀਟਿੰਗ ਦਾ ਕਰਿਕੂਲਮ ਲੈ ਆਂਦਾ, ਤਾਂ ਕਿ ਕਿਉਂਕਿ ਹੁਣ ਉਹ ਜਾਂ ਤਾਂ ਸ਼ਾਪਿੰਗ ਮਾਲ ਦੇ ਵਿੱਚ ਮਾਰਕੀਟਿੰਗ ਏਜੰਟ ਬਣਨਗੇ, ਜਾਂ ਉਹ ਫੀਲਡ ਜੌਬ ਦੇ ਵਿੱਚ ਮਾਰਕੀਟ ਏਜੰਟ ਬਣਨਗੇ, ਜਾਂ ਉਹ ਡਾਇਰੈਕਟ ਸੈਲਿੰਗ 'ਚ ਮਾਰਕੀਟ ਏਜੰਟ ਬਣਨਗੇ। ਗਵਰਨਮੈਂਟ ਜੌਬ ਖਤਮ ਹੋ ਰਹੀਆਂ, ਤਾਂ ਸਾਨੂੰ ਕਰਿਕੂਲਮ ਵੀ ਬਦਲਣਾ ਪਏਗਾ। ਤਾਂ ਇਸ ਤਰ੍ਹਾਂ ਦੇ ਕੁਝ ਆਬਜੈਕਟਿਵਸ ਨੇ, ਕੁਝ ਇਸ ਤਰ੍ਹਾਂ ਹੀ ਹੈ। ਐਫੀਕੇਸੀ, ਟੀਚਰ ਨੂੰ ਟੈਸਟ ਕਰਾਂਗੇ ਅੱਛਾ ਪੜ੍ਹਾ ਰਿਹਾ ਕਿ ਨਹੀਂ ਪੜ੍ਹਾ ਰਿਹਾ। ਮੈਂ ਥੋੜ੍ਹਾ ਜਿਹਾ ਰਿਵਿਊ ਦੇ ਦਿੰਦਾ। ਅਗਲੀ ਗੱਲ ਹੈ ਕਿ ਅਸੀਂ ਸਟੂਡੈਂਟ ਦੀ ਪਰਸਨੈਲਿਟੀ ਜਾਣ ਸਕਾਂਗੇ, ਕਿਹੜੀ ਡੋਮੇਨ ਡੋਮੀਨੇਟ ਕਰਦੀ ਹੈ, ਉਹਦਾ ਕਗਨੇਟਿਵ ਅੱਛਾ ਹੈ, ਉਹਦੀ ਅਸਥੈਟਿਕ ਅੱਛੀ ਹੈ, ਉਹਦੇ ਸਾਈਕੋਮੋਟਰ ਸਕਿੱਲਸ ਅੱਛੀਆਂ ਨੇ। ਫਿਰ ਹੈ ਕਿ ਅਸੀਂ ਸਟੂਡੈਂਟ ਦੀ ਪਰਫਾਰਮੈਂਸ ਲੈਵਲ ਚੈੱਕ ਕਰਾਂਗੇ। ਫਿਰ ਅਸੀਂ ਗੱਲ ਕਰਦੇ ਹਾਂ ਟੀਚਿੰਗ ਲਰਨਿੰਗ ਮੈਥਡ ਜੇ ਚੇਂਜ ਕਰਨ ਦੀ ਲੋੜ ਪਏਗੀ। ਅਸੀਂ ਕਿਹਾ ਹੁਣ ਜਿਹੜਾ ਹੈ ਪੀਅਰ ਅਸੈਸਮੈਂਟ ਦੀ ਗੱਲ ਹੋ ਰਹੀ ਹੈ, ਫਿਰ ਅਸੀਂ ਕੋਆਪਰੇਟਿਵ ਮੈਥਡਸ ਦੀ ਗੱਲ ਕੀਤੀ ਸੀ ਪਿਛਲੀ ਵਾਰ। ਫਿਰ ਅਸੀਂ ਕਹਿ ਦਿੱਤਾ ਕਿ ਹੁਣ ਜਿਹੜੀ ਹੈ ਆਨਲਾਈਨ ਲਰਨਿੰਗ ਮੈਥਡ 'ਤੇ ਜਾਣਾ ਪਏਗਾ। ਤਾਂ ਅਸੀਂ ਇਹ ਸਾਰਾ ਕੁਝ ਇਵੈਲੂਏਸ਼ਨ ਸਿਸਟਮ ਦੇ ਬੇਸ 'ਤੇ ਬਦਲਦੇ ਜਾ ਰਹੇ ਹਾਂ। ਔਰ ਉਸ ਤੋਂ ਬਾਅਦ ਉਹ ਕਹਿੰਦੇ ਪਲਾਨਿੰਗ ਐਜੂਕੇਸ਼ਨ ਦੀ ਬਦਲ ਰਹੇ ਹਾਂ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਫਿਊਚਰ 'ਚ ਸਾਨੂੰ ਕਿਸ ਤਰ੍ਹਾਂ ਦੀ ਜਿਹੜੀ ਹੈ ਲੇਬਰ ਸਕਿੱਲ ਚਾਹੀਦੀਆਂ ਨੇ, ਜਾਂ ਕਿਸ ਤਰ੍ਹਾਂ ਦੀ ਸਕਿਲਡ ਲੇਬਰ ਚਾਹੀਦੀ ਹੈ, ਤਾਂ ਉਸ ਦੇ ਅਕੋਰਡਿੰਗ ਅਸੀਂ ਕਰਿਕੂਲਮ ਬਦਲਾਂਗੇ। ਸਕੂਲ ਪ੍ਰੋਗਰਾਮ ਨੂੰ ਬੈਟਰ ਕਰਨ ਦੇ ਵਾਸਤੇ ਵੀ ਹੈਲਪਫੁਲ ਹੁੰਦੀ ਹੈ, ਔਰ ਓਵਰਆਲ ਸਿਸਟਮ ਜਿਹੜਾ ਹੈ ਉਸ ਨੂੰ ਬੈਟਰਮੈਂਟ ਵੱਲ ਲੈ ਕੇ ਜਾਂਦੀ ਹੈ, ਜਿਸ ਨਾਲ ਅਸੀਂ ਰੋਟ ਮੈਮਰੀ ਤੋਂ ਹਟ ਕੇ ਜਿਹੜਾ ਹੈ ਐਕਚੁਅਲ ਲਰਨਿੰਗ ਦੀ ਗੱਲ ਕਰਦੇ ਹਾਂ। ਤਾਂ ਇੱਥੇ ਸਾਡੇ ਕੋਲ ਜਿਹੜਾ ਹੈ ਇਸ ਤਰ੍ਹਾਂ ਵੈਲੂਏਸ਼ਨ ਸਿਸਟਮ ਜਿਹੜਾ ਹੈ ਉਹ ਕੰਮ ਕਰਦਾ। ਤਾਂ ਇਹ ਤੁਸੀਂ ਅੱਜ ਦਾ ਸਾਡਾ ਜਿਹੜਾ ਟੌਪਿਕ ਸੀਗਾ ਉਹਦੇ ਵਿੱਚ